Hello students, today we are going to start your fourth chapter of Flamingo book, The Rat Trap, written by Selma Lagerlöf. She was born in 1858 and died in 1940. Was a Swedish writer whose stories have been translated into many languages. ਇਹ ਕੌਣ ਸਨ? ਇੱਕ ਸਵੀਡਿਸ਼ ਰਾਈਟਰ ਸਨ ਜਿਨ੍ਹਾਂ ਦੀਆਂ ਸਟੋਰੀਜ਼ ਕੀ ਹੈ ਬਹੁਤ ਸਾਰੀਆਂ ਲੈਂਗੁਏਜਸ ਦੇ ਵਿੱਚ ਲਿਖੀਆਂ ਗਈਆਂ ਹਨ। A universal theme runs through all of them. ਇਹਨਾਂ ਸਾਰੀਆਂ ਸਟੋਰੀਜ਼ ਦੇ ਪਿੱਛੇ ਇੱਕ ਯੂਨੀਵਰਸਲ ਥੀਮ ਤੁਹਾਨੂੰ ਨਜ਼ਰ ਆਵੇਗਾ। A belief that the essential goodness in a human being can be awakened through understanding and love. ਇਹ ਥੀਮ ਕੀ ਹੈ ਕਿ ਕਿਸੇ ਵੀ ਵਿਅਕਤੀ ਦੇ ਵਿੱਚ ਇੱਕ ਜ਼ਰੂਰੀ ਜੋ ਚੰਗਿਆਈ ਹੈ ਉਸ ਨੂੰ ਕਿਸ ਤਰ੍ਹਾਂ ਜਗਾਇਆ ਜਾ ਸਕਦਾ ਹੈ, ਇੱਕ ਅੰਡਰਸਟੈਂਡਿੰਗ ਦੁਆਰਾ ਅਤੇ ਪਿਆਰ ਦੁਆਰਾ। ਜੇਕਰ ਅਸੀਂ ਹਰ ਇੱਕ ਵਿਅਕਤੀ ਨੂੰ ਪਿਆਰ ਕਰਦੇ ਹਾਂ, ਉਸ ਨੂੰ ਸਮਝਦੇ ਹਾਂ, ਤਾਂ ਉਸ ਵਿੱਚ ਕੀ ਹੈ ਇੱਕ ਜੋ ਜ਼ਰੂਰੀ ਚੰਗਿਆਈ ਹੈ ਉਸ ਨੂੰ ਅਸੀਂ ਜਗਾ ਸਕਦੇ ਹਾਂ। ਲੈਟਸ ਸਟਾਰਟ ਦਾ ਚੈਪਟਰ। Once upon a time there was a man who went around selling small rat traps of wire. ਇੱਕ ਸਮੇਂ ਦੀ ਗੱਲ ਹੈ ਕਿ ਇੱਕ ਵਿਅਕਤੀ ਸੀ ਜੋ ਛੋਟੀਆਂ ਰੈਟ ਟ੍ਰੈਪਸ ਵੇਚਦਾ ਹੁੰਦਾ ਸੀ ਜੋ ਕਿ ਤਾਰ ਦੀਆਂ ਬਣੀਆਂ ਹੁੰਦੀਆਂ ਸਨ। He made them himself at odd moments, ਜੋ ਕਿ ਹੈ ਉਹਨਾਂ ਨੂੰ ਵਿਹਲੇ ਸਮੇਂ ਦੇ ਵਿੱਚ। odd moments ਕੀ ਹੁੰਦੇ ਆ? when he got time, ਜਦ ਉਹ ਕੀ ਹੈ ਸਮਾਂ ਮਿਲਦਾ ਉਸਨੂੰ, ਤਦ ਉਹ ਇਹ ਕੀ ਹੈ ਰੈਟ ਟ੍ਰੈਪਸ ਬਣਾਉਂਦਾ ਹੁੰਦਾ ਸੀ। from the material he got by begging in the stores or at the big farms. ਇਹ ਪੈਸੇ ਕਿੱਥੋਂ ਲੈਂਦਾ ਸੀ ਇਹਨਾਂ ਰੈਟ ਟ੍ਰੈਪਸ ਨੂੰ ਬਣਾਉਣ ਦੇ ਲਈ? ਜਾਂ ਤਾਂ ਉਹ ਭੀਖ ਮੰਗਦਾ ਸੀ ਸਟੋਰਸ ਦੇ ਵਿੱਚ, ਜਾਂ ਕੀ ਹੈ ਖੇਤਾਂ ਦੇ ਵਿੱਚ ਜਾ ਕੇ ਉਹ ਭੀਖ ਵਗੈਰਾ ਮੰਗਦਾ। ਬਟ ਈਵਨ ਸੋ the business was not especially profitable. ਪਰ ਫਿਰ ਵੀ ਇਹ ਬਿਜ਼ਨਸ ਜੋ ਸੀ ਉਸਦਾ ਰੈਟ ਟ੍ਰੈਪਸ ਵੇਚਦਾ ਸੀ ਇਹ ਕੋਈ ਜ਼ਿਆਦਾ ਮੁਨਾਫੇ ਵਾਲਾ ਨਹੀਂ ਸੀ। So he had to resort to both begging and petty thievery to keep body and soil together. ਇਸ ਲਈ ਉਸਨੂੰ ਕੀ ਹੈ ਭੀਖ ਵੀ ਮੰਗਣੀ ਪੈਂਦੀ ਅਤੇ ਛੋਟੀਆਂ ਚੋਰੀਆਂ ਵੀ ਕਰਨੀਆਂ ਪੈਂਦੀਆਂ। to keep body and soil together ਕੀ ਹੈ ਆਪਣੇ ਆਪ ਨੂੰ ਜਿਉਂਦਾ ਰੱਖਣ ਦੇ ਲਈ। even so his clothes were in rags. ਉਸਦੇ ਕੱਪੜੇ ਫਟੇ ਪੁਰਾਣੇ ਹੁੰਦੇ ਸਨ। his cheeks were sunken. ਗੱਲਾਂ ਉਸਦੀਆਂ ਪਿਚਕੀਆਂ ਹੁੰਦੀਆਂ ਸਨ। and hunger gleamed in his eyes. ਅਤੇ ਜੋ ਭੁੱਖ ਸੀ, ਗਲੀਮਡ ਕੀ ਹੁੰਦਾ? ਚਮਕਦੀ ਸੀ। ਉਸਦੀਆਂ ਅੱਖਾਂ ਵਿੱਚ ਭੁੱਖ ਦੇਖੀ ਜਾ ਸਕਦੀ ਸੀ। no one can imagine how sad and monotonous life can appear to such a vagabond. ਕੋਈ ਵੀ ਸ਼ਾਇਦ ਕਲਪਨਾ ਨਹੀਂ ਕਰ ਸਕਦਾ ਕਿ ਕਿੰਨੀ ਉਦਾਸ ਅਤੇ ਮੋਨੋਟੋਨਸ ਕੀ ਹੁੰਦਾ? ਨੀਰਸ ਭਰਿਆ ਜੀਵਨ ਇਹ ਲੱਗ ਸਕਦਾ ਹੈ ਜਿਸ ਤਰ੍ਹਾਂ ਦਾ ਜੀਵਨ ਉਸ ਘੁਮੱਕੜ ਦਾ ਸੀ। ਵੈਗਾਬੌਂਡ ਕੀ ਹੁੰਦਾ? ਇੱਕ ਘੁਮੱਕੜ ਵਿਅਕਤੀ ਨੂੰ ਅਸੀਂ ਕਹਿ ਦਿੰਦੇ ਹਾਂ ਜਿਹੜਾ ਇੱਧਰ ਉੱਧਰ ਘੁੰਮਦਾ ਰਹਿੰਦਾ ਹੈ। who plods along the road, ਜੋ ਕਿ ਹੈ ਪੈਰ ਘਸੀੜਦਾ ਹੋਇਆ ਸੜਕ ਦੇ ਦੁਆਲੇ ਚੱਲਦਾ ਰਹਿੰਦਾ। left to his own meditation, ਆਪਣੀ ਹੀ ਮੈਡੀਟੇਸ਼ਨ ਦੇ ਵਿੱਚ ਉਹ ਗਵਾਚਿਆ ਰਹਿੰਦਾ। but one day the man had fallen into a line of thought. ਪਰ ਇੱਕ ਦਿਨ ਕੀ ਹੋਇਆ? ਉਹ ਆਦਮੀ ਬੜੇ ਹੀ ਵਿਚਾਰਾਂ ਦੇ ਵਿੱਚ ਗਵਾਚਿਆ ਹੋਇਆ ਸੀ। which really seemed to him entertaining, ਜੋ ਵਿਚਾਰ ਕੀ ਹੈ ਉਸ ਨੂੰ ਬੜੇ ਐਂਟਰਟੇਨਿੰਗ ਲੱਗ ਰਹੇ ਸਨ। ਉਹ ਆਪਣਾ ਮਨੋਰੰਜਨ ਕਰ ਰਿਹਾ ਸੀ ਇਹਨਾਂ ਵਿਚਾਰਾਂ ਦੇ ਨਾਲ। he had naturally been thinking of his rat traps. ਉਹ ਆਪਣੀਆਂ ਰੈਟ ਟ੍ਰੈਪਸ ਬਾਰੇ ਹੀ ਸੋਚ ਰਿਹਾ ਸੀ। when suddenly he was struck by the idea, ਅਚਾਨਕ ਉਸ ਨੂੰ ਕੀ ਹੈ ਇੱਕ ਆਈਡੀਆ ਆਇਆ that the whole world, ਕਿ ਇਹ ਸਾਰਾ ਸੰਸਾਰ ਕੀ ਹੈ about him, ਕਿ ਸਾਰਾ ਸੰਸਾਰ ਇਸ ਦੇ ਆਸ-ਪਾਸ ਹੀ ਘੁੰਮਦਾ ਹੈ, ਰੈਟ ਟ੍ਰੈਪਸ ਦੇ ਆਸ-ਪਾਸ ਹੀ ਘੁੰਮਦਾ ਹੈ। the whole world with its lands, its seas, its cities and villages was nothing but a big rat trap. ਇਹ ਸਾਰਾ ਸੰਸਾਰ, ਇਸ ਦੀਆਂ ਧਰਤੀ, ਇਸ ਦੀ ਸਮੁੰਦਰ, ਸ਼ਹਿਰ, ਪਿੰਡ ਹੋਰ ਕੁਝ ਵੀ ਨਹੀਂ ਹਨ, ਇੱਕ ਵੱਡੀ ਰੈਟ ਟ੍ਰੈਪ ਹੀ ਹਨ। it had never existed for any other purpose. ਇਹ ਕਿਸੇ ਹੋਰ ਪਰਪਸ ਦੇ ਲਈ ਨਹੀਂ ਬਣੀ ਹੈ। ਇਹ ਜੋ ਧਰਤੀ ਹੈ ਜਾਂ ਇਹ ਸਾਰੀਆਂ ਚੀਜ਼ਾਂ ਹਨ ਕਿਸੇ ਹੋਰ ਪਰਪਸ ਦੇ ਲਈ ਨਹੀਂ ਬਣੀਆਂ ਹਨ than to set baits for people. ਇਹ ਬਸ ਕੀ ਹੈ ਲੋਕਾਂ ਨੂੰ ਇੱਕ ਚਾਰਾ ਲਗਾਉਣ ਦੇ ਲਈ ਹੀ ਬਣੀਆਂ ਹਨ। it offered riches and joys, shelter and food, heat and clothing. ਇਹ ਜੋ ਸੰਸਾਰ ਹੈ
ਕੀ ਇੱਕ ਵਿਅਕਤੀ ਨੂੰ ਕੀ ਆਫਰ ਕਰਦਾ ਹੈ? ਖੁਸ਼ੀਆਂ, ਸ਼ੈਲਟਰ ਆਸਰਾ, ਭੋਜਨ ਫੂਡ, ਹੀਟ ਐਂਡ ਕਲੋਥਿੰਗ ਗਰਮਾਇਸ਼। ਇਹ ਠੰਡੇ ਇਲਾਕੇ ਦਾ ਇਹ ਹੈ ਚੈਪਟਰ ਲਿਖਿਆ ਹੋਇਆ। ਤਾਂ ਹੀਟ ਵੀ ਕੀ ਹੈ? ਇੱਕ ਆਰਾਮਦਾਇਕ ਚੀਜ਼ ਹੀ ਹੈ ਜੋ ਇਹ ਸੰਸਾਰ ਸਾਨੂੰ ਆਫਰ ਕਰਦਾ ਹੈ। ਐਂਡ ਕਲੋਥਿੰਗ ਕੀ ਹੈ? ਕੱਪੜੇ ਵੀ ਆਫਰ ਕਰਦਾ ਹੈ, ਨਵੇਂ ਨਵੇਂ ਕੱਪੜੇ, ਚੰਗੀਆਂ ਚੀਜ਼ਾਂ। ਕੀ ਹੈ? ਸਾਡਾ ਮਨ ਉਹਨਾਂ ਵੱਲ ਕੀ ਹੈ? ਲੁਭਾਇਆ ਜਾਂਦਾ ਹੈ। ਐਗਜ਼ੈਕਟਲੀ ਐਜ਼ ਦਾ ਰੈਟ ਰੈਪ ਆਫਰਡ ਚੀਜ਼ ਐਂਡ ਪੋਰਕ। ਬਿਲਕੁਲ ਉਸੇ ਤਰ੍ਹਾਂ ਜਿਸ ਤਰ੍ਹਾਂ ਇੱਕ ਜੋ ਰੈਟ ਰੈਪ ਹੈ ਇੱਕ ਵਿਅਕਤੀ ਨੂੰ ਪਨੀਰ ਦੇ ਟੁਕੜੇ ਅਤੇ ਸੂਰ ਦੇ ਮਾਸ ਦੇ ਟੁਕੜੇ ਆਫਰ ਕਰਦਾ ਹੈ। ਜਿਸ ਤਰ੍ਹਾਂ ਰੈਟਸ ਨੂੰ ਫੜਨ ਦੇ ਲਈ ਅਸੀਂ ਕੀ ਕਰਦੇ ਹਾਂ? ਪਨੀਰ ਦੇ ਟੁਕੜੇ ਜਾਂ ਸੂਰ ਦੇ ਮਾਸ ਦੇ ਟੁਕੜੇ ਵੀ ਰੈਟ ਰੈਪ ਦੇ ਵਿੱਚ ਲਗਾ ਦਿੱਤੇ ਜਾਂਦੇ ਹਨ। ਐਂਡ as soon as anyone let himself be tempted to touch the bait, ਅਤੇ ਜਿਉਂ ਹੀ ਕੋਈ ਵਿਅਕਤੀ ਇਸ ਚਾਰੇ ਨੂੰ ਛੂਹਣ ਦੇ ਲਈ ਟੈਂਪਟਡ ਹੋ ਜਾਂਦਾ ਹੈ, ਲੁਭਾਇਆ ਜਾਂਦਾ ਹੈ, it closed in on him, ਅਤੇ ਇਹ ਕੀ ਹੈ? ਰੈਟ ਰੈਪ ਉਸ ਦੇ ਉੱਤੇ ਬੰਦ ਹੋ ਜਾਂਦੀ ਹੈ, ਭਾਵ ਉਹ ਇਸ ਰੈਟ ਰੈਪ ਵਿੱਚ ਫਸ ਜਾਂਦਾ ਹੈ। ਐਂਡ ਦੈਨ everything came to an end, ਅਤੇ ਫਿਰ ਹਰ ਇੱਕ ਚੀਜ਼ ਦਾ ਸਮਝੋ ਅੰਤ ਹੀ ਹੋ ਜਾਂਦਾ ਹੈ। the world had of course never been very kind to him, ਇਹ ਜੋ ਸੰਸਾਰ ਹੈ ਉਹ ਸੋਚ ਰਿਹਾ ਹੈ ਵਿਅਕਤੀ ਕਿ ਸੰਸਾਰ ਮੇਰੇ ਪ੍ਰਤੀ ਕੀ ਹੈ? ਦਿਆਲੂ ਨਹੀਂ ਰਿਹਾ ਸੀ। ਸੋ ਇਟ ਗੇਵ ਹਿਮ ਅਨਵਾਂਟਡ ਜੋਏ, ਇਹ ਜੋ ਚੀਜ਼ ਹੈ ਜੋ ਇਹ ਸੋਚ ਰਿਹਾ ਹੈ ਇਸ ਸੰਸਾਰ ਬਾਰੇ, ਉਸ ਨੂੰ ਕੀ ਹੈ? ਇੱਕ ਅਸੁਭਾਵਿਕ ਜਿਹੀ ਆਨੰਦ ਦਿੰਦੀ ਹੈ, ਖੁਸ਼ੀ ਦਿੰਦੀ ਹੈ। ਟੂ ਥਿੰਕ ਇਲ ਆਫ ਇਟ ਇਨ ਦਿਸ ਵੇ, ਇਸ ਤਰ੍ਹਾਂ ਇਸ ਸੰਸਾਰ ਨੂੰ ਇੱਕ ਰੈਟ ਰੈਪ ਕਹਿਣਾ, ਉਸ ਸੰਸਾਰ ਬਾਰੇ ਬੁਰਾ ਬੋਲਣਾ, ਇਹ ਗੱਲਾਂ ਕੀ ਹੈ? ਇਸ ਵਿਅਕਤੀ ਨੂੰ ਖੁਸ਼ੀ ਦੇ ਰਹੀਆਂ ਹਨ। ਇਟ ਬਿਕੇਮ ਅ ਚੈਰਿਸ਼ਡ ਪਾਸ ਟਾਈਮ ਆਫ ਹਿਜ਼, ਇਹ ਇੱਕ ਖੁਸ਼ੀ ਦੇਣ ਵਾਲਾ ਪਾਸ ਟਾਈਮ ਉਸ ਦੇ ਲਈ ਬਣ ਚੁੱਕਾ ਹੈ। ਡਿਊਰਿੰਗ ਮੈਨੀ ਡਰੈਰੀ ਪਲੋਡਿੰਗਸ, ਇਹ ਕੀ ਹੈ? ਬਹੁਤ ਸਾਰੀਆਂ ਪਲੋਡਿੰਗਸ ਕੀ ਹੁੰਦਾ ਹੈ? ਪੈਦਲ ਚੱਲਣ ਨੂੰ ਕਹਿੰਦੇ ਹਨ। ਉਹ ਕੀ ਹੈ? ਪੈਦਲ ਘੁੰਮਦਾ ਫਿਰਦਾ ਰਹਿੰਦਾ ਹੈ। ਟੂ ਥਿੰਕ ਆਫ ਪੀਪਲ ਹੀ ਨਿਊ, ਉਹ ਸੋਚਦਾ ਰਹਿੰਦਾ ਹੈ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਉਹ ਜਾਣਦਾ ਸੀ। ਹੂ ਹੈਡ ਲੈਟ ਦੈਮਸੈਲਵਸ ਬੀ ਕੌਟ ਇਨ ਦਾ ਡੇਂਜਰਸ ਸਨੇਅਰ, ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਖਤਰਨਾਕ ਫੰਦੇ ਦੇ ਵਿੱਚ ਫਸਾ ਲਿਆ ਸੀ, ਜਾਣੀ ਕਿ ਇਸ ਸੰਸਾਰ ਦੀਆਂ ਲੁਭਾਉਣੀਆਂ ਚੀਜ਼ਾਂ ਦੇ ਵਿੱਚ ਉਹ ਲੁਭਾਏ ਗਏ ਸਨ। ਐਂਡ ਆਫ ਅਦਰਸ ਹੂ ਵਰ ਸਟਿਲ ਸਰਕਲਿੰਗ ਅਰਾਊਂਡ ਦਾ ਬੇਟ, ਅਤੇ ਉਹਨਾਂ ਲੋਕਾਂ ਬਾਰੇ ਵੀ ਸੋਚਦਾ ਹੈ ਜੋ ਹਾਲੇ ਇਹਨਾਂ ਚਾਰਿਆਂ ਦੇ ਦੁਆਲੇ ਚੱਕਰ ਕੱਟ ਰਹੇ ਹਨ ਤੇ ਉਹ ਵੀ ਸ਼ਾਇਦ ਫਸ ਹੀ ਜਾਣਗੇ। ਵਨ ਡਾਰਕ ਇਵਨਿੰਗ ਐਸ ਹੀ ਵਾਜ਼ ਟਰੂਡਿੰਗ ਅਲੋਂਗ ਦਾ ਰੋਡ, ਇੱਕ ਬੜੀ ਹੀ ਡਾਰਕ ਇਵਨਿੰਗ ਸੀ ਜਦੋਂ ਉਹ ਕੀ ਹੈ? ਟਰੂਡਿੰਗ ਕੀ ਹੁੰਦਾ ਹੈ? ਵਾਕਿੰਗ, ਜਦ ਉਹ ਕੀ ਹੈ? ਚੱਲ ਫਿਰ ਰਿਹਾ ਸੀ, ਘੁੰਮ ਰਿਹਾ ਸੀ, ਸੜਕ ਦੇ ਨਾਲ ਨਾਲ ਘੁੰਮ ਰਿਹਾ ਸੀ। ਹੀ ਕੌਟ ਸਾਈਟ ਆਫ ਏ ਲਿਟਲ ਗ੍ਰੀਕ ਕਾਟੇਜ ਬਾਈ ਦਾ ਰੋਡ ਸਾਈਡ, ਉਸਨੇ ਕੀ ਹੈ? ਇੱਕ ਕਾਟੇਜ ਵੇਖੀ, ਇੱਕ ਸੜਕ ਦੇ ਕਿਨਾਰੇ ਇੱਕ ਛੋਟੀ ਝੌਂਪੜੀ ਵੇਖੀ। ਐਂਡ ਹੀ ਨੌਕਡ ਔਨ ਦਾ ਡੋਰ ਟੂ ਅਸਕ, ਅਤੇ ਉਸਨੇ ਕੀ ਹੈ? ਦਰਵਾਜ਼ੇ ਉੱਤੇ ਨੌਕਿੰਗ ਕੀਤੀ, ਦਰਵਾਜ਼ਾ ਖੜਖਟਾਇਆ ਪੁੱਛਣ ਦੇ ਲਈ। ਟੂ ਅਸਕ ਸ਼ੈਲਟਰ ਫॉर ਦਾ ਨਾਈਟ, ਰਾਤ ਦੇ ਲਈ ਇੱਕ ਆਸਰਾ ਲੈਣਾ ਚਾਹੁੰਦਾ ਸੀ ਉਹ। ਨੌਰ ਵਾਜ਼ ਹੀ ਰਿਫਿਊਜ਼ਡ, ਕਿਸੇ ਨੇ ਵੀ ਉਸਨੂੰ ਇਨਕਾਰ ਨਾ ਕੀਤਾ। ਇਨਸਟੈਡ ਆਫ ਦਾ ਸੋਰ ਫੇਸਸ ਵਿਚ ਆਰਡਰਲੀ, ਜੋ ਕੀ ਹੈ? ਪਹਿਲਾਂ ਕੀ ਹੁੰਦਾ ਸੀ? ਉਸ ਦੇ ਨਾਲ ਹਰ ਇੱਕ ਲੋਕ ਅਕਸਰ ਉਸ ਨੂੰ ਕੀ ਹੈ? ਇਨਕਾਰ ਕਰ ਦਿੰਦੇ ਸੀ। ਜੋ ਉਸ ਨੂੰ ਇਸ ਤੋਂ ਪਹਿਲਾਂ ਲੋਕ ਮਿਲੇ ਅਕਸਰ ਉਸ ਨੂੰ ਕੀ ਹੈ? ਇਨਕਾਰ ਕਰ ਦਿੰਦੇ ਸੀ ਹੈਲਪ ਤੋਂ, ਪਰ ਇਸ ਘਰ ਦੇ ਵਿੱਚ ਉਸ ਨੂੰ ਕਿਸੇ ਨੇ ਇਨਕਾਰ ਨਾ ਕੀਤਾ। ਦਾ ਓਨਰ ਹੂ ਵਾਜ਼ ਐਨ ਓਲਡ ਮੈਨ, ਜੋ ਮਾਲਕ ਸੀ ਇਸ ਘਰ ਦਾ ਇੱਕ ਬੁੱਢਾ ਵਿਅਕਤੀ ਸੀ। ਵਿਦਆਊਟ ਵਾਈਫ ਔਰ ਚਾਈਲਡ ਵਾਜ਼ ਹੈਪੀ ਟੂ ਗੈਟ ਸਮਵਨ ਟੂ ਟਾਕ ਟੂ ਇਨ ਹਿਜ਼ ਲੋਨਲੀਨੈਸ, ਉਹ ਬੜਾ ਖੁਸ਼ ਹੋਇਆ ਕਿਉਂਕਿ ਉਸ ਨੂੰ ਆਪਣੇ ਇਕੱਲੇਪਣ ਦੇ ਵਿੱਚ ਕੋਈ ਗੱਲ ਕਰਨ ਵਾਲਾ ਮਿਲ ਗਿਆ ਸੀ। ਇਮੀਡੀਏਟਲੀ ਹੀ ਪੁੱਟ ਦਾ ਪੋਰੇਜ ਪੋਟ ਔਨ ਦਾ ਫਾਇਰ, ਪੋਰੇਜ ਕੀ ਹੁੰਦਾ? ਦਲੀਆ। ਤੁਰੰਤ ਉਸਨੇ ਕੀ ਕੀਤਾ? ਦਲੀਏ ਵਾਲਾ ਇੱਕ ਬਰਤਨ ਅੱਗ ਦੇ ਉੱਪਰ ਗਰਮ ਕਰਨ ਦੇ ਲਈ ਰੱਖ ਦਿੱਤਾ। ਐਂਡ ਗੇਵ ਹਿਮ ਸਪਰ, ਸਪਰ ਕੀ ਹੁੰਦਾ? ਰਾਤ ਦੇ ਖਾਣੇ ਨੂੰ ਜਾਂ ਡਿਨਰ ਨੂੰ ਅਸੀਂ ਕਹਿ ਦਿੰਦੇ ਹਾਂ। ਉਸ ਨੂੰ ਵਿਅਕਤੀ ਨੂੰ, ਆਪਣੇ ਮਹਿਮਾਨ ਨੂੰ ਭੋਜਨ ਦੇਣ ਦੇ ਲਈ ਉਸਨੇ ਦਲੀਏ ਨੂੰ ਗਰਮ ਕੀਤਾ। ਦੈਨ ਹੀ ਕਾਵਡ ਆਫ, ਕਾਵਡ ਆਫ ਕੀ ਹੁੰਦਾ? ਕੱਟਣਾ। ਸੱਚ ਅ ਬਿਗ ਸਲਾਈਸ ਫਰੋਮ ਹਿਜ਼ ਟੋਬੈਕੋ ਰੋਲ, ਇੱਕ ਵੱਡਾ ਟੁਕੜਾ ਟੋਬੈਕੋ ਰੋਲ ਦੇ ਵਿੱਚੋਂ ਕੱਟਿਆ। ਦੈਟ ਇਟ ਵਾਜ਼ ਇਨਫ ਬੋਥ ਫॉर ਦਾ ਸਟ੍ਰੇਂਜਰਸ ਪਾਈਪ ਐਂਡ ਹਿਜ਼ ਓਨ, ਜੋ ਕੀ ਹੈ? ਉਸ ਅਜਨਬੀ ਦੀ ਪਾਈਪ ਦੇ ਲਈ ਅਤੇ ਉਸ ਦੇ ਲਈ ਕਾਫੀ ਸੀ। ਫਾਈਨਲੀ ਹੀ ਗੋਟ ਆਊਟ ਐਨ ਓਲਡ ਪੈਕ ਆਫ ਕਾਰਡਸ, ਅਖੀਰ ਉਸਨੇ ਕੀ ਕੀਤਾ? ਇੱਕ ਪੁਰਾਣਾ ਜਿਹਾ ਤਾਸ਼ ਦੀ ਇੱਕ ਗੱਡੀ ਕੱਢੀ
ਪੈਕ ਆਫ ਕਾਰਡਸ ਕਿਸ ਨੂੰ ਕਹਿੰਦੇ ਆ, ਤਾਸ਼ ਦੀ ਇੱਕ ਗੱਡੀ ਨੂੰ ਕਹਿ ਦਿੰਦੇ ਆ। ਐਂਡ ਪਲੇਡ ਮਜੋਲਿਸ ਵਿਦ ਹਿਸ ਗੈਸਟ ਅੰਟਿਲ ਬੈਡ ਟਾਈਮ, ਅਤੇ ਆਪਣੇ ਮਹਿਮਾਨ ਦੇ ਨਾਲ ਮਜੋਲਿਸ ਗੇਮ ਉਹ ਖੇਡਿਆ ਬੈਡ ਟਾਈਮ ਤੱਕ, ਜਦ ਤੱਕ ਦੋਨੋਂ ਸੌ ਨਹੀਂ ਗਏ। The old man was just as generous with his confidences, ਉਹ ਜੋ ਬੁੱਢਾ ਵਿਅਕਤੀ ਸੀ ਉਹ ਇੰਨਾ ਹੀ ਉਦਾਰ ਸੀ with his confidences, ਕੀ ਹੈ ਵੀ ਆਪਣੇ ਜੋ ਸੀਕ੍ਰੇਟ ਸਨ ਉਹ ਵਿਅਕਤੀ ਨੂੰ, ਉਹ ਆਪਣੇ ਮਹਿਮਾਨ ਨੂੰ ਦੱਸ ਰਿਹਾ ਸੀ as with his porridge and tobacco, ਜਿੰਨਾ ਕੀ ਹੈ ਉਹ ਬੜੇ ਈਜ਼ੀਲੀ ਉਸਨੇ ਉਸ ਵਿਅਕਤੀ ਨੂੰ ਦਲੀਆ ਅਤੇ ਟੋਬੈਕੋ ਦੇ ਦਿੱਤਾ ਸੀ ਨਾ, ਇਸੇ ਤਰ੍ਹਾਂ ਹੀ ਆਪਣੇ ਸੀਕ੍ਰੇਟਸ ਵੀ ਬੜੀ ਆਸਾਨੀ ਨਾਲ ਹੀ ਉਸਨੂੰ ਦੱਸ ਰਿਹਾ ਸੀ, ਕੁਝ ਵੀ ਉਸ ਤੋਂ ਨਹੀਂ ਛੁਪਾ ਰਿਹਾ ਸੀ। The guest was informed at once that in his days of prosperity his host had been a crofter at Ramsjo Ironworks and had worked on the land। ਉਹ ਵਿਅਕਤੀ ਕੀ ਦੱਸਦਾ ਹੈ, ਜੋ ਹੋਸਟ ਹੈ, ਹੋਸਟ ਕਿਸ ਨੂੰ ਕਹਿੰਦੇ ਹਾਂ, ਜਿਸ ਦੇ ਘਰ ਅਸੀਂ ਜਾਂਦੇ ਹਾਂ, ਸਾਡੀ ਮਹਿਮਾਨ ਨਵਾਜੀ ਜੋ ਕਰਦਾ ਹੈ, ਉਹ ਜੋ ਬੁੱਢਾ ਵਿਅਕਤੀ ਹੈ ਉਸਨੂੰ ਹੋਸਟ ਕਿਹਾ ਗਿਆ। ਉਹ ਕੀ ਹੈ, ਦੱਸਦਾ ਹੈ ਆਪਣੇ ਮਹਿਮਾਨ ਨੂੰ ਕਿ ਜਦ ਉਸਦੇ ਪ੍ਰੋਸਪੈਰਿਟੀ ਵਾਲੇ ਦਿਨ ਸਨ, ਚੰਗੇ ਦਿਨ ਸਨ, ਤਰੱਕੀ ਵਾਲੇ ਦਿਨ ਸਨ, ਉਹ ਕੀ ਹੈ ਰਾਮਸਜੋ ਆਇਰਨ ਵਰਕਸ ਦੇ ਵਿੱਚ ਇੱਕ ਛੋਟੇ ਕਿਸਾਨ ਦੇ ਤੌਰ ਤੇ, ਕ੍ਰਾਫਟਰ ਕੀ ਹੁੰਦਾ, ਇੱਕ ਛੋਟਾ ਕਿਸਾਨ, ਛੋਟੇ ਕਿਸਾਨ ਦੇ ਤੌਰ ਤੇ ਕੰਮ ਕਰਦਾ ਸੀ। ਐਂਡ ਹੈਡ ਵਰਕਡ ਔਨ ਦਾ ਲੈਂਡ, ਅਤੇ ਜ਼ਮੀਨ ਉੱਪਰ ਵੀ ਕੰਮ ਕਰਦਾ ਸੀ। ਨਾਓ ਦੈਟ ਹੀ ਵਾਜ਼ ਨੋ ਲੋਂਗਰ ਏਬਲ ਟੂ ਡੂ ਡੇ ਲੇਬਰ, ਅਤੇ ਹੁਣ ਉਹ ਇਸ ਤਰ੍ਹਾਂ ਦੀ ਡੇ ਲੇਬਰ ਕਰਨ ਦੇ ਯੋਗ ਨਹੀਂ ਸੀ। ਇਟ ਵਾਜ਼ ਹਿਸ ਕਾਊ ਵਿਚ ਸਪੋਰਟਡ ਹਿਮ, ਹੁਣ ਉਸਦੇ ਕੋਲ ਇੱਕ ਗਾਂ ਸੀ ਜੋ ਕੀ ਹੈ ਉਸ ਦੀ ਸਪੋਰਟ ਕਰਦੀ ਸੀ, ਮੀਨਸ ਕੀ ਹੈ ਉਸਦੇ ਗੁਜ਼ਾਰੇ ਦੇ ਵਿੱਚ ਉਸਦੀ ਸਹਾਈ ਸੀ। ਯੈਸ ਦੈਟ ਬੌਜ਼ੀ ਵਾਜ਼ ਐਕਸਟਰਾ ਆਰਡਨਰੀ, ਇਹ ਜੋ ਬੌਜ਼ੀ ਸੀ, ਬੌਜ਼ੀ ਕੀ ਹੈ, ਇਹ ਜੋ ਲੈਵਲ ਸੀ ਉਸ ਗਾਂ ਦਾ, ਉਹ ਕੀ ਹੈ ਅਸਧਾਰਨ ਸੀ। ਸ਼ੀ ਕੁਡ ਗਿਵ ਮਿਲਕ ਫॉर ਦਾ ਕਰੀਮਰੀ ਈਵਨ ਡੇ ਐਂਡ ਕਰੀਮਰੀ ਐਵਰੀ ਡੇ, ਉਹ ਕੀ ਆ ਹਰ ਰੋਜ਼ ਕਰੀਮਰੀ ਦੇ ਲਈ, ਕਰੀਮਰੀ ਕਿਸ ਨੂੰ ਕਹਿ ਦਿੰਦੇ ਆ ਕਿ ਜੋ ਕੋਈ ਡੇਅਰੀ ਵਗੈਰਾ ਦੇ ਵਿੱਚ ਕਰੀਮ ਵਗੈਰਾ ਕੱਢੀ ਜਾਂਦੀ ਹੈ, ਮੱਖਣ ਕੱਢਿਆ ਜਾਂਦਾ ਹੈ, ਉਸ ਦੇ ਲਈ ਵੀ ਉਹ ਦੁੱਧ ਦੇ ਦਿੰਦੀ ਸੀ। ਮੀਨਸ ਇਹ ਕਿਸਾਨ ਕੀ ਹੈ ਦੁੱਧ ਵੇਚ ਵੀ ਲੈਂਦਾ ਸੀ ਉਸਦਾ ਗੁਜ਼ਾਰੇ ਦੇ ਲਈ। ਐਂਡ ਲਾਸਟ ਮੰਥ ਹੀ ਹੈਡ ਰਿਸੀਵਡ ਆਲ ਆਫ 30 ਕਰੋਨਰ ਇਨ ਪੇਮੈਂਟ, ਅਤੇ ਪਿਛਲੇ ਮਹੀਨੇ ਉਸਨੇ ਕੀ ਹੈ, ਉਸਨੇ 30 ਕਰੋਨਰ ਵੀ ਪ੍ਰਾਪਤ ਕੀਤੇ ਸਨ ਪੇਮੈਂਟ ਦੇ ਰੂਪ ਵਿੱਚ। ਕਰੋਨਰ ਕੀ ਹੈ ਕਿ ਸਵੀਡਨ ਦੀ ਕਰੰਸੀ ਨੂੰ ਅਸੀਂ ਕੀ ਹੈ ਕਰੋਨਰ ਕਹਿ ਦਿੰਦੇ ਹਾਂ। ਦ ਸਟ੍ਰੇਂਜਰ ਮਸਟ ਹੈਵ ਸੀਮਡ ਇਨਕ੍ਰੀਡੂਲਸ ਫॉर ਦਾ ਓਲਡ ਮੈਨ ਗੋਟ ਅਪ ਐਂਡ ਵੈਂਟ ਟੂ ਦਾ ਵਿੰਡੋ, ਹੁਣ ਜਦ ਓਲਡ ਮੈਨ ਨੂੰ ਕੀ ਲੱਗਿਆ ਕਿ ਇਹ ਸਟ੍ਰੇਂਜਰ ਨੂੰ ਕੀ ਹੈ ਯਕੀਨ ਨਹੀਂ ਆ ਰਿਹਾ, ਇਨਕ੍ਰੀਡੂਲਸ ਕੀ ਹੁੰਦਾ ਨੋ ਬਿਲੀਵਿੰਗ, ਜਦ ਉਸ ਬੁੱਢੇ ਵਿਅਕਤੀ ਨੂੰ ਲੱਗਿਆ ਕਿ ਇਹ ਜੋ ਸਟ੍ਰੇਂਜਰ ਹੈ ਉਸ ਦੀ ਗੱਲ ਤੇ ਸ਼ਾਇਦ ਯਕੀਨ ਨਹੀਂ ਕਰ ਰਿਹਾ, ਤਾਂ ਉਹ ਬੁੱਢਾ ਵਿਅਕਤੀ ਉੱਠਿਆ ਅਤੇ ਵਿੰਡੋ ਦੇ ਵੱਲ ਗਿਆ। ਟੁੱਕ ਡਾਊਨ ਏ ਲੈਦਰ ਪਾਊਚ ਵਿਚ ਹੰਗ ਔਨ ਅ ਨੇਲ, ਇੱਕ ਲੈਦਰ ਪੈਕ ਲੈ ਕੇ ਆਇਆ, ਉਹ ਲੈਦਰ ਦਾ ਇੱਕ ਪਾਊਚ ਲੈ ਕੇ ਆਇਆ, ਥੈਲੀ ਸੀ ਲੈਦਰ ਦੀ ਜਿਹੜੀ ਇੱਕ ਨੇਲ ਦੇ ਉੱਪਰ ਲਟਕ ਰਹੀ ਸੀ। ਇਨ ਦਾ ਵੈਰੀ ਵਿੰਡੋ ਫਰੇਮ, ਉਸ ਵਿੰਡੋ ਦੇ ਫਰੇਮ ਦੇ ਉੱਪਰ ਇੱਕ ਲੈਦਰ ਦਾ ਇੱਕ ਪਾਊਚ ਲਟਕ ਰਿਹਾ ਸੀ। ਐਂਡ ਪਿਕਡ ਆਊਟ 3 ਰਿੰਕਲਡ 10 ਕਰਾਊਨਰ ਬਿਲਸ, ਅਤੇ ਉਸ ਵਿਅਕਤੀ ਨੇ, ਬੁੱਢੇ ਵਿਅਕਤੀ ਨੇ ਕੀ ਕੱਢੇ ਉਸ ਪਾਊਚ ਦੇ ਵਿੱਚੋਂ 3 ਮੁੜੇ ਹੋਏ 10 ਕਰਾਊਨਰਸ ਦੇ ਬਿੱਲ ਉਸਨੇ ਉਸ ਪਾਊਚ ਦੇ ਵਿੱਚੋਂ ਕੱਢੇ। ਦੇਅਰ ਹੀ ਹੈਲਡ ਅਪ ਬਿਫੋਰ ਹਿਸ ਆਈਜ਼ ਆਫ ਹਿਸ ਗੈਸਟ ਨੋਡਿੰਗ ਨੋਇੰਗਲੀ, ਅਤੇ ਉਸਨੇ ਕੀ ਹੈ ਆਪਣੇ ਗੈਸਟ ਦੀਆਂ ਅੱਖਾਂ ਦੇ ਸਾਹਮਣੇ ਹੀ ਸਿਰ ਜਿਹਾ ਹਿਲਾਉਂਦੇ ਹੋਏ ਦੁਬਾਰਾ ਕੀ ਹੈ ਉੱਥੇ ਹੀ ਉਹ ਨੋਟ ਰੱਖ ਦਿੱਤੇ। ਐਂਡ ਦੈਨ ਸਟਫਡ ਦੈਮ ਬੈਕ ਇਨਟੂ ਦਾ ਪਾਊਚ, ਉਸੇ ਪਾਊਚ ਦੇ ਵਿੱਚ ਉਸਨੇ ਦੁਬਾਰਾ ਉਹਨਾਂ ਨੋਟਾਂ ਨੂੰ ਪਾ ਕੇ ਰੱਖ ਦਿੱਤਾ। ਦ ਨੈਕਸਟ ਡੇ ਬੋਥ ਮੈਨ ਗੋਟ ਅਪ ਇਨ ਗੁੱਡ ਸੀਜ਼ਨ, ਅਗਲੇ ਦਿਨ ਕੀ ਹੈ ਦੋਨੋਂ ਹੀ ਵਿਅਕਤੀ ਗੋਟ ਅਪ ਕੀ ਹੈ ਉੱਠੇ, ਇਨ ਗੁੱਡ ਸੀਜ਼ਨ ਕੀ ਹੈ ਪੂਰੀ ਤਰ੍ਹਾਂ ਫਰੈਸ਼ ਹੋ ਉੱਠੇ। ਦ ਕ੍ਰਾਫਟਰ ਵਾਜ਼ ਇਨ ਹਰੀ ਟੂ ਮਿਲਕ ਹਿਸ ਕਾਊ, ਜੋ ਕ੍ਰਾਫਟਰ ਸੀ ਉਹ ਬੜੀ ਜਲਦੀ ਵਿੱਚ ਸੀ ਆਪਣੀ ਗਾਂ ਨੂੰ ਕੀ ਹੈ ਉਸਨੇ ਚੋਣਾ ਸੀ, ਉਸਦਾ ਦੁੱਧ ਚੋਣਾ ਸੀ। ਐਂਡ ਦ ਅਦਰ ਮੈਨ ਪ੍ਰੋਬੇਬਲੀ ਥਾਟ ਹੀ ਸ਼ੁੱਡ ਨਾਟ ਸਟੇ ਇਨ ਬੈਡ ਵੈਨ ਦ ਹੈਡ ਆਫ ਦ ਹਾਊਸ ਹੈਡ ਗੋਟਨ ਅਪ, ਅਤੇ ਉਸ ਮਹਿਮਾਨ ਨੇ, ਉਸ ਵਿਅਕਤੀ ਨੇ ਜੋ ਰੈਟ ਰੈਪ ਵਾਲਾ ਸੀ, ਉਸਨੇ ਵੀ ਕੀ ਸੋਚਿਆ ਕਿ ਉਸਨੂੰ ਵੀ ਕੀ ਹੈ ਬੈੱਡ ਉੱਪਰ ਨਹੀਂ ਪਏ ਰਹਿਣਾ ਚਾਹੀਦਾ, ਜਦ ਕਿ ਜੋ ਮਕਾਨ ਦਾ ਮਾਲਕ ਹੈ ਉਹ ਬੁੱਢਾ ਵਿਅਕਤੀ ਹੀ ਜਾਗ ਗਿਆ ਸੀ, ਉੱਠ ਖੜਿਆ ਸੀ, ਤੇ ਇਸ ਨੂੰ ਵੀ ਕੀ ਹੈ ਉੱਥੇ ਨਹੀਂ ਪਏ ਰਹਿਣਾ ਚਾਹੀਦਾ। ਦ ਮੈਨ ਵਿਦ ਦ ਰੈਟ ਰੈਪ ਸੈਡ ਗੁੱਡ ਬਾਏ ਐਂਡ ਥੈਂਕ ਯੂ ਐਂਡ ਦੇਅਰ ਅਪੋਨ ਈਚ ਵੈਂਟ ਹਿਸ ਓਨ ਵੇ,
ਉਹ ਜੋ ਰੈਟ ਰੈਪ ਵਾਲਾ ਵਿਅਕਤੀ ਸੀ ਉਸਨੇ ਗੁੱਡ ਬਾਏ ਕਿਹਾ ਉਸ ਕਿਸਾਨ ਨੂੰ, ਧੰਨਵਾਦ ਕੀਤਾ। ਐਂਡ ਦੇਅਰ ਅਪੋਨ ਉਸ ਤੋਂ ਬਾਅਦ ਕੀ ਹੈ ਦੋਵੇਂ ਕੀ ਹੈ ਆਪਣੇ ਆਪਣੇ ਰਸਤੇ ਚਲੇ ਗਏ। ਬਟ ਹਾਫ ਐਨ ਆਰ ਲੇਟਰ ਪਰ ਕੀ ਹੈ ਅੱਧਾ ਘੰਟਾ ਬਾਅਦ ਦਾ ਰੈਟ ਰੈਪ ਪੈਡਲਰ ਸਟੁੱਡ ਅਗੇਨ ਬਿਫੋਰ ਦਾ ਡੋਰ। ਅੱਧੇ ਘੰਟੇ ਬਾਅਦ ਉਹ ਜੋ ਰੈਟ ਰੈਪ ਪੈਡਲਰ ਸੀ ਦੁਬਾਰਾ ਦਰਵਾਜ਼ੇ ਉੱਪਰ ਆ ਕੇ ਖੜਾ ਹੋ ਗਿਆ, ਉਸੇ ਝੌਂਪੜੀ ਦੇ ਦਰਵਾਜ਼ੇ ਕੋਲ ਆ ਗਿਆ। ਹੀ ਡਿਡ ਨਾਟ ਟਰਾਈ ਟੂ ਗੈਟ ਇਨ ਉਸਨੇ ਕੀ ਹੈ ਅੰਦਰ ਜਾਣ ਦੀ ਕੋਸ਼ਿਸ਼ ਨਾ ਕੀਤੀ। ਹਾਊਐਵਰ ਫਿਰ ਵੀ ਉਸਨੇ ਕੀ ਹੈ ਮਕਾਨ ਦੇ ਅੰਦਰ ਜਾਣ ਦੀ ਕੋਸ਼ਿਸ਼ ਨਾ ਕੀਤੀ। ਹੀ ਓਨਲੀ ਵੈਂਟ ਅਪ ਟੂ ਦਾ ਵਿੰਡੋ ਉਹ ਕੇਵਲ ਖਿੜਕੀ ਦੇ ਕੋਲ ਗਿਆ। ਸਮੈਸ਼ਡ ਅ ਪੇਨ ਸਮੈਸ਼ਡ ਕੀ ਹੁੰਦਾ ਤੋੜਨਾ। ਬ੍ਰੋਕ ਦਾ ਪੇਨ ਸਟਕ ਇਨ ਹਿਜ਼ ਹੈਂਡ ਆਪਣਾ ਹੱਥ ਉਸਨੇ ਉਸ ਟੁੱਟੇ ਹੋਏ ਸ਼ੀਸ਼ੇ ਦੇ ਵਿੱਚੋਂ ਦੀ ਉਸ ਬਾਰੀ ਦੇ ਵਿੱਚੋਂ ਦੀ ਅੰਦਰ ਕੀਤਾ। ਐਂਡ ਗੋਟ ਹੋਲਡ ਆਫ ਦਾ ਪਾਊਚ ਵਿਦ ਦਾ 30 ਕਰੋਨਰ ਅਤੇ ਉਸ ਥੈਲੀ ਨੂੰ ਉਸਨੇ ਚੁਰਾ ਲਿਆ ਜਿਸ ਦੇ ਵਿੱਚ 30 ਕਰੋਨਰ ਸਨ। ਹੀ ਟੁੱਕ ਦਾ ਮਨੀ ਐਂਡ ਥਰਸਟ ਇਟ ਇਨਟੂ ਹਿਜ਼ ਓਨ ਪਾਕਟ ਉਸਨੇ ਉਹ ਪੈਸੇ ਕੱਢੇ, ਉਸ ਪਾਕਟ ਦੇ ਵਿੱਚੋਂ ਪੈਸੇ ਕੱਢੇ ਅਤੇ ਆਪਣੀ ਪਾਕਟ ਵਿੱਚ ਉਸਨੇ ਪਾ ਲਏ। ਦੈਨ ਹੀ ਹੰਗ ਦਾ ਲੈਦਰ ਪਾਊਚ ਵੈਰੀ ਕੇਅਰਫੁਲੀ ਬੈਕ ਇਨ ਇਟਸ ਪਲੇਸ ਐਂਡ ਵੈਂਟ ਅਵੇ ਫਿਰ ਉਸਨੇ ਕੀ ਕੀਤਾ ਬੜੇ ਹੀ ਧਿਆਨ ਨਾਲ ਉਸ ਲੈਦਰ ਪਾਊਚ ਨੂੰ ਉੱਥੇ ਹੀ ਟੰਗ ਦਿੱਤਾ ਜਿੱਥੋਂ ਉਸਨੇ ਉਸਨੂੰ ਉਤਾਰਿਆ ਸੀ ਅਤੇ ਉੱਥੋਂ ਚਲਾ ਗਿਆ। As he walked along with the money in his pocket, he felt quite pleased with his smartness. ਜਦ ਉਹ ਕੀ ਹੈ ਜਾ ਰਿਹਾ ਸੀ ਉਹਨਾਂ ਪੈਸਿਆਂ ਨੂੰ ਆਪਣੀ ਜੇਬ ਵਿੱਚ ਪਾ ਕੇ ਉਹ ਬੜਾ ਹੀ ਖੁਸ਼ੀ ਮਹਿਸੂਸ ਕਰ ਰਿਹਾ ਸੀ ਆਪਣੀ ਸਮਾਰਟਨੈਸ ਉੱਪਰ ਕਿ ਉਸਨੇ ਬੜੀ ਆਸਾਨੀ ਨਾਲ ਇਹ 30 ਕਰੋਨਰ ਚੋਰੀ ਕਰ ਲਏ ਸਨ। He realized of course that at first he dared not continue on the public highway. ਪਹਿਲਾਂ ਉਸਨੇ ਕੀ ਸੋਚਿਆ ਕਿ ਉਸਨੂੰ ਪਬਲਿਕ ਹਾਈਵੇ ਦੇ ਉੱਤੋਂ ਦੀ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਡਰ ਵੀ ਰਿਹਾ ਸੀ ਕਿਤੇ ਮੈਂ ਫੜਿਆ ਨਾ ਜਾਵਾਂ। ਬਟ ਮਸਟ ਟਰਨ ਆਫ ਦਾ ਰੋਡ ਇਨਟੂ ਦਾ ਵੁੱਡਸ ਕੀ ਸੋਚਿਆ ਉਸਨੇ ਉਸਨੂੰ ਜ਼ਰੂਰ ਜੰਗਲਾਂ ਦੇ ਵੱਲ ਮੁੜ ਜਾਣਾ ਚਾਹੀਦਾ ਹੈ। ਡਿਊਰਿੰਗ ਦਾ ਫਸਟ ਆਵਰਸ ਦਿਸ ਕਾਜ਼ਡ ਹਿਮ ਨੋ ਡਿਫਿਕਲਟੀ ਪਹਿਲੇ ਘੰਟੇ ਦੇ ਦੌਰਾਨ ਉਸਨੂੰ ਕੋਈ ਵੀ ਡਿਫਿਕਲਟੀ ਮਹਿਸੂਸ ਨਾ ਹੋਈ। ਲੇਟਰ ਇਨ ਦਾ ਡੇ ਇਟ ਬਿਕੇਮ ਵਰਸ ਪਰ ਬਾਅਦ ਵਿੱਚ ਕੀ ਹੈ ਉਸਦੀਆਂ ਤਕਲੀਫਾਂ ਵੱਧ ਗਈਆਂ। ਫॉर ਇਟ ਵਾਜ਼ ਅ ਬਿਗ ਐਂਡ ਕਨਫਿਊਜ਼ਿੰਗ ਫੋਰੈਸਟ ਕਿਉਂਕਿ ਇਹ ਕੀ ਸੀ ਇੱਕ ਵੱਡਾ ਅਤੇ ਬੜਾ ਹੀ ਕਨਫਿਊਜ਼ਿੰਗ ਜਿਹਾ ਜੰਗਲ ਸੀ ਵਿਚ ਹੀ ਹੈਡ ਗੋਟਨ ਇਨਟੂ ਜਿਸ ਵਿੱਚ ਉਹ ਦਾਖਲ ਹੋ ਗਿਆ ਸੀ। ਹੀ ਟਰਾਈ ਟੂ ਬੀ ਸ਼ੋਰ ਟੂ ਵਾਕ ਇਨ ਅ ਡੈਫੀਨੇਟ ਡਾਇਰੈਕਸ਼ਨ ਸਭ ਤੋਂ ਪਹਿਲਾਂ ਉਸਨੇ ਕੀ ਹੈ ਕੋਸ਼ਿਸ਼ ਕੀਤੀ ਕਿ ਮੈਂ ਇੱਕ ਡੈਫੀਨੇਟ ਡਾਇਰੈਕਸ਼ਨ ਇੱਕ ਪੱਕੀ ਦਿਸ਼ਾ ਦੇ ਵਿੱਚ ਚੱਲਾਂ। ਬਟ ਦਾ ਪਾਸ ਟਵਿਸਟ ਬੈਕ ਐਂਡ ਫੋਰ ਸੋ ਸਟਰੇਂਜਲੀ ਪਰ ਜੋ ਰਸਤੇ ਸਨ ਉਹ ਬੜੇ ਹੀ ਸਟਰੇਂਜਲੀ ਤਰੀਕੇ ਨਾਲ ਅੱਗੇ ਪਿੱਛੇ ਵੱਲ ਮੁੜਦੇ ਸਨ। ਹੀ ਵਾਕਡ ਐਂਡ ਵਾਕਡ ਵਿਦਆਊਟ ਕਮਿੰਗ ਟੂ ਐਨ ਐਂਡ ਆਫ ਦਾ ਵੁੱਡ ਉਹ ਚੱਲਦਾ ਹੀ ਜਾ ਰਿਹਾ ਸੀ ਪਰ ਜੰਗਲ ਦਾ ਕੋਈ ਅੰਤ ਹੀ ਨਹੀਂ ਆ ਰਿਹਾ ਸੀ। ਐਂਡ ਫਾਈਨਲੀ ਹੀ ਰਿਅਲਾਈਜ਼ਡ ਦੈਟ ਹੀ ਹੈਡ ਓਨਲੀ ਬੀਨ ਵਾਕਿੰਗ ਅਰਾਊਂਡ ਇਨ ਦਾ ਸੇਮ ਪਾਰਟ ਆਫ ਦਾ ਫੋਰੈਸਟ ਪਰ ਫਿਰ ਉਸਨੇ ਕੀ ਸੋਚਿਆ ਕੀ ਉਸਨੂੰ ਅਨੁਭਵ ਹੋਇਆ ਕਿ ਉਹ ਜੰਗਲ ਦੇ ਇੱਕ ਹੀ ਏਰੀਏ ਦੇ ਵੱਲ ਘੁੰਮ ਫਿਰ ਰਿਹਾ ਸੀ। All at once he recalled his thoughts about the world ਉਸਨੇ ਤੁਰੰਤ ਕੀ ਹੈ ਇਸ ਸੰਸਾਰ ਬਾਰੇ ਜੋ ਉਸਦੇ ਵਿਚਾਰ ਸੀ ਉਹਨਾਂ ਬਾਰੇ ਸੋਚਿਆ। ਐਂਡ ਦਾ ਰੈਟ ਰੈਪ ਅਤੇ ਉਸ ਰੈਟ ਰੈਪ ਬਾਰੇ ਸੋਚਿਆ। ਕੀ ਸੋਚ ਰਿਹਾ ਹੈ ਉਹ ਸੋਚ ਰਿਹਾ ਹੈ ਕਿ ਮੈਂ ਵੀ ਸ਼ਾਇਦ ਰੈਟ ਰੈਪ ਦੇ ਵਿੱਚ ਹੀ ਫਸ ਗਿਆ ਹਾਂ। Now his own turn had come ਹੁਣ ਉਹ ਸੋਚ ਰਿਹਾ ਸੀ ਕਿ ਸ਼ਾਇਦ ਹੁਣ ਉਸ ਦੀ ਵਾਰੀ ਆ ਗਈ ਸੀ। He had let himself be fooled by a bait ਉਸਨੇ ਆਪਣੇ ਆਪ ਨੂੰ ਇੱਕ ਚਾਰੇ ਦੇ ਦੁਆਰਾ ਮੂਰਖ ਬਣਾ ਲਿਆ ਸੀ। and had been caught ਅਤੇ ਫਸ ਗਿਆ ਸੀ। the whole forest with its trunks and branches ਪੂਰਾ ਜੰਗਲ ਜਿਸ ਵਿੱਚ ਵੱਡੀਆਂ ਵੱਡੀਆਂ ਝਾੜੀਆਂ ਤਣੇ its thickness ਸੰਘਣਾਪਣ ਜੰਗਲ ਦਾ and fallen logs ਡਿੱਗੀਆਂ ਹੋਈਆਂ ਲੱਕੜਾਂ closed in upon him like an impenetrable prison ਇਸ ਤਰ੍ਹਾਂ ਉਹ ਇਹਨਾਂ ਸਾਰੇ ਜੰਗਲ ਦੇ ਵਿੱਚ ਫਸਿਆ ਹੋਇਆ ਸੀ। ਉਸਨੂੰ ਇੱਕ ਇੰਪੈਨੀਟਰੇਬਲ ਇਹ ਪ੍ਰਿਜ਼ਨ ਲੱਗ ਰਹੀ ਸੀ ਇਹੋ ਜਿਹੀ ਜੇਲ੍ਹ ਜਿਸ ਦੇ ਵਿੱਚੋਂ ਬਚ ਕੇ ਨਿਕਲਣਾ ਔਖਾ ਹੋਵੇ। ਫਰੋਮ ਵਿਚ ਹੀ ਕੁਡ ਨੈਵਰ ਐਸਕੇਪ ਜਿਸ ਦੇ ਵਿੱਚੋਂ ਉਹ ਬਚ ਕੇ ਨਹੀਂ ਨਿਕਲ ਸਕਦਾ ਸੀ। ਇਟ ਵਾਜ਼ ਲੇਟ ਇਨ ਦਸੰਬਰ ਇਹ ਕੀ ਹੈ ਦਸੰਬਰ ਦਾ ਸਮਾਂ ਸੀ। ਡਾਰਕਨੈਸ ਵਾਜ਼ ਆਲਰੇਡੀ ਡਿਸੈਂਡਿੰਗ ਅਤੇ ਜੋ ਹਨੇਰਾ ਸੀ ਉਹ ਕੀ ਹੈ ਪਹਿਲਾਂ ਹੀ ਫੈਲ ਰਿਹਾ ਸੀ ਕਾਫੀ ਹਨੇਰਾ ਹੋ ਰਿਹਾ ਸੀ। ਓਵਰ ਦਾ ਫੋਰੈਸਟ ਜੰਗਲ ਦੇ ਵਿੱਚ ਕੀ ਹੈ ਕਾਫੀ ਹਨੇਰਾ ਹੋ ਰਿਹਾ ਸੀ। ਦਾ
ਦਿਸ ਇਨਕਰੀਜ਼ਡ ਦਾ ਡੇਂਜਰ, ਇਸ ਗੱਲ ਨੇ ਕੀ ਹੈ ਖਤਰੇ ਨੂੰ ਹੋਰ ਵੀ ਵਧਾ ਦਿੱਤਾ। ਐਂਡ ਇਨਕਰੀਜ਼ਡ ਆਲਸੋ ਹਿਸ ਗਲੂਮ ਐਂਡ ਡਿਸਪੇਅਰ, ਇਸ ਦੇ ਨਾਲ ਕੀ ਹੈ ਉਸ ਦੀ ਜੋ ਨਿਰਾਸ਼ਾ ਸੀ, ਚਿੰਤਾ ਸੀ, ਉਹ ਹੋਰ ਜ਼ਿਆਦਾ ਕਾਫੀ ਵੱਧ ਚੁੱਕੀ ਸੀ। ਫਾਈਨਲੀ ਹੀ ਸੌ ਨੋ ਵੇ ਆਊਟ, ਅਖੀਰ ਉਸਨੇ ਕੀ ਵੇਖਿਆ, ਬਾਹਰ ਨਿਕਲ ਦਾ ਕੋਈ ਵੀ ਉਸਨੂੰ ਰਸਤਾ ਨਹੀਂ ਦਿਖ ਰਿਹਾ ਸੀ। ਐਂਡ ਹੀ ਸੈਂਕ ਡਾਊਨ ਔਨ ਦਾ ਗਰਾਊਂਡ, ਅਤੇ ਉਹ ਕੀ ਹੈ ਗਰਾਊਂਡ ਉੱਪਰ ਹੀ ਲੇਟ ਗਿਆ। ਟਾਇਰਡ ਟੂ ਡੈਥ, ਇੰਨਾ ਜ਼ਿਆਦਾ ਥੱਕਿਆ ਹੋਇਆ ਸੀ ਕਿ ਜਿਸ ਤਰ੍ਹਾਂ ਉਸਦੀ ਮੌਤ ਹੀ ਹੋ ਜਾਵੇਗੀ। ਥਿੰਕਿੰਗ ਦੈਟ ਹਿਜ਼ ਲਾਸਟ ਮੂਮੈਂਟ ਹੈਡ ਕਮ, ਕੀ ਸੋਚ ਰਿਹਾ ਸੀ ਕਿ ਸ਼ਾਇਦ ਮੇਰਾ ਲਾਸਟ ਸਮਾਂ, ਅਖੀਰਲਾ ਸਮਾਂ ਮੇਰਾ ਆ ਚੁੱਕਾ ਸੀ। ਬਟ ਜਸਟ ਐਜ਼ ਹੀ ਲੇਡ ਹਿਜ਼ ਹੈਡ ਔਨ ਦਾ ਗਰਾਊਂਡ, ਪਰ ਜਿਉਂ ਹੀ ਉਸਨੇ ਆਪਣਾ ਸਿਰ ਗਰਾਊਂਡ ਉੱਪਰ ਰੱਖਿਆ, ਧਰਤੀ ਉੱਪਰ ਰੱਖਿਆ, ਹੀ ਹੀਅਰਡ ਅ ਸਾਊਂਡ, ਉਸਨੇ ਇੱਕ ਆਵਾਜ਼ ਸੁਣੀ। ਅ ਹਾਰਡ ਰੈਗੂਲਰ ਥੰਪਿੰਗ, ਇੱਕ ਬੜੀ ਹੀ ਉੱਚੀ ਰੈਗੂਲਰ ਲਗਾਤਾਰ ਥੰਪਿੰਗ ਦੀ ਆਵਾਜ਼ ਆ ਰਹੀ ਸੀ, ਠਕ ਠਕ ਦੀ ਆਵਾਜ਼ ਆ ਰਹੀ ਸੀ। ਦੇਅਰ ਵਾਜ਼ ਨੋ ਡਾਊਟ ਐਜ਼ ਟੂ ਵਟ ਦੈਟ ਵਾਜ਼, ਕੋਈ ਵੀ ਸ਼ੱਕ ਨਹੀਂ ਸੀ ਕਿ ਇਹ ਆਵਾਜ਼ ਕੀ ਸੀ। ਹੀ ਰਿਅਲਾਈਜ਼ਡ ਹਿਮਸੈਲਫ ਦੋਜ਼ ਆਰ ਦਾ ਹੈਮਰ ਸਟ੍ਰੋਕਸ ਫਰੋਮ ਐਨ ਆਇਰਨ ਮਿਲ, ਉਸਨੇ ਕੀ ਮਹਿਸੂਸ ਕੀਤਾ ਕਿ ਉਹ ਹੈਮਰ ਦੇ ਸਟ੍ਰੋਕ ਸਨ, ਇੱਕ ਹਥੌੜੇ ਦੇ ਸਟ੍ਰੋਕ ਸਨ, ਇੱਕ ਜੋ ਆਇਰਨ ਮਿਲ ਦੇ ਵਿੱਚੋਂ ਆ ਰਹੇ ਸਨ। ਉਸਨੇ ਇਹ ਸੋਚਿਆ ਦੇਅਰ ਮਸਟ ਬੀ ਪੀਪਲ ਨੀਅਰ ਬਾਏ, ਉਸਨੇ ਸੋਚਿਆ ਕਿ ਜ਼ਰੂਰ ਨੇੜੇ ਕੋਈ ਲੋਕ ਹੋਣਗੇ। ਹੀ ਸਮਨਡ ਆਲ ਹਿਸ ਸਟਰੈਂਥ, ਉਸਨੇ ਆਪਣੀ ਪੂਰੀ ਤਾਕਤ ਨੂੰ ਇਕੱਠਾ ਕੀਤਾ। ਗੋਟ ਅਪ, ਉੱਠਿਆ। ਐਂਡ ਸਟਰੈਗਡ ਇਨ ਦਾ ਡਾਇਰੈਕਸ਼ਨ ਆਫ ਦਾ ਸਾਊਂਡ, ਅਤੇ ਉਸ ਸਾਊਂਡ ਵਾਲੀ ਡਾਇਰੈਕਸ਼ਨ ਦੇ ਵੱਲ ਹੀ ਉਹ ਚੱਲ ਪਿਆ। ਦਾ ਰਾਮਸਜੋ ਆਇਰਨ ਵਰਕਸ ਵਿਚ ਆਰ ਨਾਓ ਕਲੋਜ਼ ਡਾਊਨ, ਰਾਮਸਜੋ ਦੇ ਵਿੱਚ ਜੋ ਆਇਰਨ ਵਰਕਸ ਸਨ, ਇਹ ਕਾਰਖਾਨੇ ਸਨ, ਮਿਲ ਸੀ ਆਇਰਨ ਦੀ, ਵਿਚ ਆਰ ਨਾਓ ਕਲੋਜ਼ ਡਾਊਨ, ਹੁਣ ਜੋ ਬੰਦ ਸਨ। ਵਰ ਨਾਟ ਸੋ ਲੌਂਗ ਅਗੋ, ਜ਼ਿਆਦਾ ਲੰਮਾ ਸਮਾਂ ਨਹੀਂ ਹੋਇਆ ਸੀ। ਅ ਲਾਰਜ ਪਲਾਂਟ ਵਿਦ ਸਮੈਲਟਰ, ਇੱਕ ਵੱਡਾ ਪਲਾਂਟ ਉੱਥੇ ਸੀ, ਵਿਦ ਸਮੈਲਟਰ, ਜਿਸ ਦੇ ਵਿੱਚ ਲੋਹੇ ਨੂੰ ਪਿਘਲਾਉਣ ਵਾਲੀ ਮਸ਼ੀਨ ਨੂੰ ਕੀ ਕਹਿੰਦੇ ਹਨ, ਸਮੈਲਟਰ। ਰੋਲਿੰਗ ਮਿਲ, ਜਿਸ ਲੋਹੇ ਨੂੰ ਜਿਸ ਦੇ ਨਾਲ ਬੇਲਿਆ ਜਾਂਦਾ ਹੈ ਇੱਕ ਆਕਾਰ ਦੇਣ ਦੇ ਲਈ। ਐਂਡ ਫਾਰ, ਅਤੇ ਇੱਕ ਭੱਠੀ ਵੀ ਸੀ ਉੱਥੇ। ਇਨ ਦਾ ਸਮਰ ਟਾਈਮਸ ਲੌਂਗ ਲਾਈਨਸ ਆਫ ਹੈਵੀ ਲੋਡਡ ਬਾਰਸ ਐਂਡ ਸਕਰੂਜ਼, ਗਰਮੀਆਂ ਦੇ ਸਮੇਂ ਕੀ ਹੁੰਦਾ, ਬਹੁਤ ਹੀ ਲੋਡ ਕੀਤੀਆਂ ਹੋਈਆਂ ਬਾਰਸ ਐਂਡ ਸਕੋਜ਼ ਕੀ ਹੁੰਦੀਆਂ, ਸ਼ਿਪਸ ਸਲਿਡ ਡਾਊਨ ਦਾ ਕੈਨਲ, ਉਹ ਕੀ ਹੈ ਉੱਥੇ ਨਦੀ ਦੇ ਵਿੱਚ ਤੈਰਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਸਨ। ਗਰਮੀ ਦੇ ਸਮੇਂ ਵਿੱਚ ਕੀ ਸੀ, ਬਹੁਤ ਹੀ ਭਾਰੀਆਂ ਭਾਰੀਆਂ ਜੋ ਲੋਡ ਕੀਤੀਆਂ ਹੋਈਆਂ ਸ਼ਿਪਸ ਨਦੀ ਦੇ ਵਿੱਚ ਉੱਥੇ ਤੈਰਦੀਆਂ ਹੋਈਆਂ ਦੇਖੀਆਂ ਜਾ ਸਕਦੀਆਂ ਸਨ। ਵਿਚ ਲੈਡ ਟੂ ਏ ਲਾਰਜ ਇਨਲੈਂਡ ਲੇਕ, ਜੋ ਕੀ ਹੈ ਇੱਕ ਵੱਡੀ ਅੰਦਰ ਦੇ ਤਰਫ ਜੋ ਲੇਕ ਜਾਂਦੀ ਸੀ, ਉਧਰ ਨੂੰ ਜਾਂਦੀਆਂ ਸਨ। ਐਂਡ ਇਨ ਦਾ ਵਿੰਟਰ ਟਾਈਮ ਦਾ ਰੋਡਸ ਨੀਅਰ ਦਾ ਮਿਲ ਵਰ ਬਲੈਕ ਫਰੋਮ ਆਲ ਦਾ ਕੋਲ ਡਸਟ, ਅਤੇ ਸਰਦੀਆਂ ਦੇ ਸਮੇਂ ਕੀ ਹੁੰਦਾ ਸੀ, ਜੋ ਸੜਕਾਂ ਸੀ ਉਸ ਮਿਲ ਦੇ ਨੇੜੇ, ਉਹ ਕੀ ਹੈ ਕੋਲੇ ਦੀ ਡਸਟ ਦੇ ਨਾਲ ਪੂਰੀ ਤਰ੍ਹਾਂ ਬਲੈਕ ਹੋਈਆਂ ਦਿਸਦੀਆਂ ਸਨ। ਵਿਚ ਸ਼ਿਫਟਡ ਡਾਊਨ ਫਰੋਮ ਦਾ ਬਿਗ ਚਾਰਕੋਲ ਕ੍ਰੇਟਸ, ਜੋ ਕੀ ਹੈ ਵੱਡੇ ਵੱਡੀਆਂ ਚਾਰਕੋਲ ਦੀਆਂ ਖਾਨਾਂ ਦੇ ਵਿੱਚੋਂ ਹੇਠਾਂ ਆ ਜਾਂਦਾ ਸੀ, ਡਿੱਗ ਪੈਂਦਾ ਸੀ, ਉੱਡਦਾ ਸੀ, ਅਤੇ ਜੋ ਕੀ ਆ ਰੋਡ ਦੇ ਉੱਪਰ ਆ ਜਾਂਦਾ ਸੀ। ਡਿਊਰਿੰਗ ਵਨ ਆਫ ਲੌਂਗ ਡਾਰਕ ਇਵਨਿੰਗਸ, ਹੁਣ ਇਹਨਾਂ ਜੋ ਲੌਂਗ ਡਾਰਕ ਇਵਨਿੰਗ ਸੀ ਉਹਨਾਂ ਵਿੱਚੋਂ ਇੱਕ ਇਵਨਿੰਗ ਜਸਟ ਬਿਫੋਰ ਕ੍ਰਿਸਮਸ, ਇਹ ਕੀ ਹੈ ਕ੍ਰਿਸਮਸ ਤੋਂ ਬਿਲਕੁਲ ਕੁਝ ਸਮਾਂ ਪਹਿਲਾਂ ਦਾ ਇਹ ਸਮਾਂ ਸੀ। ਕੀ ਹੁੰਦਾ ਹੈ, ਦ ਮਾਸਟਰ ਸਮਿਥ ਐਂਡ ਹਿਜ਼ ਹੈਲਪਰਸ ਸੈਟ ਇਨ ਦਾ ਡਾਰਕ ਫੌਗ ਨੀਅਰ ਦਾ ਫਰਨੈਂਸ ਵੇਟਿੰਗ ਫॉर ਦਾ ਪਿਗ ਆਇਰਨ। ਹੁਣ ਇੱਕ ਕ੍ਰਿਸਮਸ ਤੋਂ ਜਸਟ ਬਿਫੋਰ ਦਾ ਸਮਾਂ ਹੈ। ਮਾਸਟਰ ਸਮਿਥ ਕੀ ਹੈ, ਜੋ ਮੇਨ ਮੁੱਖ ਲੁਹਾਰ ਸੀ, ਅਤੇ ਉਸ ਦਾ ਹੈਲਪਰ ਸੈਟ ਇਨ ਦਾ ਡਾਰਕ ਫੌਗ, ਇੱਕ ਬੜੀ ਹੀ ਹਨੇਰੀ ਭੱਠੀ ਦੇ ਕੋਲ ਉਹ ਬੈਠੇ ਸਨ। ਨੀਅਰ ਦਾ ਫਰਨੈਂਸ ਵੇਟਿੰਗ ਫॉर ਦਾ ਪਿਗ, ਭੱਠੀ ਦੇ ਕੋਲ ਬੈਠੇ ਸਨ ਅਤੇ ਪਿਗ ਆਇਰਨ ਦਾ ਇੰਤਜ਼ਾਰ ਕਰ ਰਹੇ ਸਨ। ਪਿਗ ਆਇਰਨ ਕੀ ਹੈ, ਇੱਕ ਆਇਰਨ ਦੀ ਹੀ ਕਿਸਮ ਹੈ। ਵਿਚ ਹੈਡ ਬੀਨ ਪੁੱਟ ਇਨ ਦਾ ਫਾਇਰ, ਜੋ ਕੀ ਹੈ ਉਸ ਭੱਠੀ ਦੇ ਵਿੱਚ ਅੱਗ ਦੇ ਵਿੱਚ ਪਾਇਆ ਹੋਇਆ ਸੀ। ਟੂ ਬੀ ਰੈਡੀ ਟੂ ਪੁੱਟ ਔਨ ਦਾ ਐਨਵਲ, ਐਨਵਲ ਦੇ ਉੱਪਰ ਉਸ ਨੂੰ ਲਿਆਉਣ ਦੇ ਲਈ, ਕਿਉਂਕਿ ਜਦ ਭੱਠੀ ਦੇ ਵਿੱਚ ਉਸ ਨੂੰ ਪਿਗ ਆਇਰਨ ਨੂੰ ਗਰਮ ਕਰ ਲਿਆ ਜਾਂਦਾ, ਬਾਅਦ ਵਿੱਚ ਕੀ ਹੈ ਉਸ ਨੂੰ ਐਨਵਲ ਦੇ ਉੱਪਰ ਰੱਖਿਆ ਜਾਂਦਾ। ਐਨਵਲ ਕੀ ਹੁੰਦੀ ਹੈ, ਇਹ ਇੱਕ ਇਹੋ ਜਿਹਾ ਜਗ੍ਹਾ ਹੁੰਦੀ ਹੈ, ਇੱਕ ਪਲੇਸ ਜਿੱਥੇ
ਕੀ ਹੈ ਲੋਹੇ ਨੂੰ ਗਰਮ ਕੀਤੇ ਹੋਏ ਲੋਹੇ ਨੂੰ ਰੱਖ ਕੇ ਕੀ ਹੈ ਕੁੱਟਿਆ ਜਾਂਦਾ ਹੈ ਉਸ ਨੂੰ ਕਿਸੇ ਵੀ ਆਕਾਰ ਦੇ ਵਿੱਚ ਢਾਲਣ ਦੇ ਲਈ। ਐਵਰੀ ਨਾਓ ਐਂਡ ਦੈਨ ਵਨ ਆਫ them got up to stir the glowing mass। ਹੁਣ ਵਾਰੀ-ਵਾਰੀ ਕੀ ਹੈ ਉਹਨਾਂ ਦੇ ਵਿੱਚੋਂ ਇੱਕ ਵਿਅਕਤੀ ਉੱਠਦਾ ਉਸ ਗਰਮ ਪਦਾਰਥ ਨੂੰ ਉਸ ਜਲ ਰਹੇ ਲੋਹੇ ਨੂੰ ਹਿਲਾਉਣ ਦੇ ਲਈ ਵਿਦ ਅ ਲੌਂਗ ਆਇਰਨ ਬਾਰ। ਇੱਕ ਲੰਮੀ ਲੋਹੇ ਦੀ ਛੜ ਦੇ ਨਾਲ ਉਸ ਗਰਮ ਪਦਾਰਥ ਨੂੰ ਉਸ ਪਿਘਲ ਰਹੇ ਲੋਹੇ ਨੂੰ ਉਹ ਕੀ ਕਰਦਾ ਹਿਲਾ ਦਿੰਦਾ। ਰਿਟਰਨਿੰਗ ਇਨ ਅ ਫਿਊ ਮੂਮੈਂਟਸ ਅਤੇ ਕੁਝ ਹੀ ਪਲਾਂ ਦੇ ਵਿੱਚ ਫਿਰ ਉਹ ਵਾਪਸ ਆ ਜਾਂਦਾ। ਡ੍ਰਿਪਿੰਗ ਵਿਦ ਪਰਸਪੀਰੇਸ਼ਨ ਪਸੀਨੇ ਨਾਲ ਪੂਰੀ ਤਰ੍ਹਾਂ ਚਾਉਂਦਾ ਹੋਇਆ ਕਹਿ ਸਕਦੇ ਹਾਂ ਆਪਾਂ ਬਹੁਤ ਜ਼ਿਆਦਾ ਪਸੀਨਾ ਉਸ ਨੂੰ ਆਇਆ ਹੁੰਦਾ। though as was the custom he wore nothing but a long shirt and a pair of wooden shoes। ਜਿਵੇਂ ਕਿ ਉਹਨਾਂ ਦਾ ਇਹ ਇੱਕ ਰਿਵਾਜ ਹੀ ਹੋਵੇ ਉਹਨਾਂ ਲੋਹਾਰਾਂ ਦੇ ਵਿੱਚ ਇੱਕ ਰਿਵਾਜ ਹੀ ਹੋਵੇ ਕੀ ਪਹਿਨਿਆ ਹੁੰਦਾ ਸੀ ਉਹਨਾਂ ਦੇ ਇੱਕ ਲੰਮੀ ਸ਼ਰਟ ਅਤੇ ਇੱਕ ਲੱਕੜੀ ਦੇ ਬੂਟਾਂ ਦਾ ਜੋੜਾ ਉਹਨਾਂ ਨੇ ਪਾਇਆ ਹੁੰਦਾ। all the time there were many sounds to be heard in the fall। ਹਰ ਸਮੇਂ ਉੱਥੇ ਕੀ ਹੈ ਬਹੁਤ ਸਾਰੀਆਂ ਆਵਾਜ਼ਾਂ ਉਸ ਭੱਠੀ ਦੇ ਵਿੱਚ ਸੁਣੀਆਂ ਜਾ ਸਕਦੀਆਂ ਸਨ। ਇਹ ਆਵਾਜ਼ਾਂ ਹੁਣ ਕਾਹਦੀਆਂ ਸਨ? ਦਾ ਬਿਗ ਬੈਲੋਜ਼। ਬੈਲੋਜ਼ ਕੀ ਹੁੰਦੀ ਹੈ? ਅੱਗ ਮਚਾਉਣ ਦੇ ਲਈ ਇੱਕ ਉਹ ਕੀ ਹੁੰਦੀ ਹੈ ਲੋਹੇ ਦੀ ਪਾਈਪ ਨੂੰ ਜਿਸ ਨੂੰ ਪੰਜਾਬੀ ਦੇ ਵਿੱਚ ਫੂਕਣੀ ਵੀ ਕਹਿ ਦਿੱਤਾ ਜਾਂਦਾ ਹੈ। ਦਾ ਬਿਗ ਬੈਲੋ ਗਰੋਨਡ ਐਂਡ ਦਾ ਬਰਨਿੰਗ ਕੋਲ ਕ੍ਰੈਕ। ਹੁਣ ਕੀ ਹੈ ਉਸ ਭੱਠੀ ਦੇ ਕੋਲੋਂ ਆਵਾਜ਼ਾਂ ਕਿਸ ਚੀਜ਼ ਦੀਆਂ ਆ ਰਹੀਆਂ ਹੁੰਦੀਆਂ? ਵੱਡੀਆਂ ਵੱਡੀਆਂ ਫੂਕਣੀਆਂ ਦੀਆਂ ਆਵਾਜ਼ਾਂ ਆ ਰਹੀਆਂ ਹੁੰਦੀਆਂ ਅਤੇ ਜੋ ਕੋਇਲਾ ਜਲ ਰਿਹਾ ਹੁੰਦਾ ਉਸ ਦੇ ਚਿਟਕਣ ਦੀ ਆਵਾਜ਼। ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਨਾ ਕੋਈ ਲੱਕੜ ਜਲ ਰਹੀ ਹੁੰਦੀ ਹੈ ਤਾਂ ਕ੍ਰੈਕ ਦੀ ਆਵਾਜ਼ ਆਉਂਦੀ ਹੈ ਇਸ ਤਰ੍ਹਾਂ ਦੀਆਂ ਆਵਾਜ਼ਾਂ ਉੱਥੋਂ ਆ ਰਹੀਆਂ ਹੁੰਦੀਆਂ। ਦਾ ਫਾਇਰ ਬੋਏ ਸ਼ੋਵਲਡ ਚਾਰਕੋਲ ਇਨਟੂ ਦਾ ਮਾਊ ਆਫ ਦਾ ਫਰਨੈਸ। ਜੋ ਫਾਇਰ ਬੋਏ ਸੀ ਜੋ ਇੱਕ ਸਿਖਾਂਦਰੂ ਲੜਕਾ ਸੀ ਅਪ੍ਰੈਂਟਿਕਸ ਜਿਸ ਨੂੰ ਕਹਿ ਦਿੰਦੇ ਆ ਮੇਨ ਲੋਹਾਰ ਦੇ ਨਾਲ ਜੋ ਲੜਕਾ ਸੀ ਉਹ ਕੀ ਕਰਦਾ ਸ਼ੋਵਲਡ ਚਾਰਕੋਲ ਕੀ ਹੈ ਇਹ ਕੋਇਲੇ ਨੂੰ ਪਾ ਦਿੰਦਾ ਇਨਟੂ ਦਾ ਮਾਊ ਆਫ ਦਾ ਫਰਨੈਸ। ਉਸ ਭੱਠੀ ਦੇ ਮੂੰਹ ਵਿੱਚ ਕੋਇਲੇ ਨੂੰ ਪਾ ਦਿੰਦਾ ਵਿਦ ਅ ਗ੍ਰੇਟ ਡੀਲ ਆਫ ਕਲੈਟਰ। ਇੱਕ ਵੱਡੇ ਸਾਰੇ ਕਲੈਟਰ ਆਪਾਂ ਕਿਸ ਚੀਜ਼ ਨੂੰ ਕਹਿੰਦੇ ਆ ਬੇਲਚੇ ਨੂੰ ਕਹਿ ਦਿੰਦੇ ਆ। ਕਲੀਅਰ? ਕੋਇਲਾ ਪਾਉਣ ਦੇ ਲਈ ਇੱਕ ਯੰਤਰ ਹੁੰਦਾ ਇਹ ਉਸ ਦੇ ਨਾਲ ਕੀ ਹੈ ਕੋਇਲੇ ਨੂੰ ਭੱਠੀ ਵਿੱਚ ਪਾ ਦਿੰਦਾ। ਆਊਟਸਾਈਡ ਰੋਡ ਦਾ ਵਾਟਰਫਾਲ। ਹੁਣ ਇਸ ਆਇਰਨ ਮਿਲ ਦੇ ਬਾਹਰ ਕਿਸ ਤਰ੍ਹਾਂ ਦਾ ਮਾਹੌਲ ਸੀ? ਵਾਟਰਫਾਲ ਹੋ ਰਿਹਾ ਸੀ ਬੜੀ ਹੀ ਤੇਜ਼ ਬਰਸਾਤ ਆ ਰਹੀ ਸੀ ਹਵਾ ਚੱਲ ਰਹੀ ਸੀ। ਐਂਡ ਅ ਸ਼ਾਰਪ ਨਾਰਥ ਵਿੰਡ ਵਿਪਰਡ ਦਾ ਰੇਨ ਅਗੇਂਸਟ ਦਾ ਬ੍ਰਿਕ ਟਾਈਲਡ ਰੂਫ। ਅਤੇ ਜੋ ਨਾਰਥ ਵਿੰਡ ਸੀ ਬੜੀ ਹੀ ਤੇਜ਼ ਚੱਲ ਰਹੀ ਸੀ ਅਤੇ ਉਹ ਪਟਕ ਰਹੀ ਸੀ ਹਵਾ ਨੂੰ ਬਰਸਾਤ ਨੂੰ ਪਟਕ ਰਹੀ ਸੀ ਅਗੇਂਸਟ ਦਾ ਬ੍ਰਿਕ ਟਾਈਲਡ ਰੂਫ ਜੋ ਇੱਟਾਂ ਦੀ ਬਣੀ ਹੋਈ ਛੱਤ ਸੀ ਉਸ ਦੇ ਉੱਪਰ ਬੜੀ ਤੇਜ਼ੀ ਦੇ ਨਾਲ ਹਵਾ ਬਰਸਾਤ ਨੂੰ ਪਟਕ ਰਹੀ ਸੀ। It was probably no account of all this noise, on account of all this noise that the blacksmith did not notice that a man had opened the gate and entered the fall। ਸ਼ਾਇਦ ਇਸੇ ਆਵਾਜ਼ ਕਰਕੇ ਹੀ ਸੀ ਇਸ ਬਰਸਾਤ ਦੀ ਆਵਾਜ਼ ਕਰਕੇ ਹੀ ਸੀ ਹਵਾ ਦੀ ਆਵਾਜ਼ ਕਰਕੇ ਹੀ ਸੀ ਕਿ ਜੋ ਬਲੈਕਸਮਿਥ ਸੀ ਉਸਨੇ ਨੋਟਿਸ ਹੀ ਨਾ ਕੀਤਾ ਕਿ ਕੋਈ ਵਿਅਕਤੀ ਉੱਥੇ ਭੱਠੀ ਦੇ ਕੋਲ ਆ ਗਿਆ ਸੀ ਐਂਟਰ ਕਰ ਗਿਆ ਸੀ। until he stood close up to the furnace। ਜਦ ਤੱਕ ਕੀ ਹੈ ਉਹ ਬਿਲਕੁਲ ਭੱਠੀ ਦੇ ਕੋਲ ਬਲੈਕਸਮਿਥ ਦੇ ਕੋਲ ਆਕਰ ਨਾ ਖੜਾ ਹੋ ਗਿਆ ਬਲੈਕਸਮਿਥ ਨੂੰ ਪਤਾ ਹੀ ਨਾ ਲੱਗਿਆ। surely it was nothing unusual for poor vagabonds without any better shelter for the night to be attracted to the fog by the glow of light which escaped through the shooty panes। ਹੁਣ ਇਹ ਗੱਲ ਪੱਕੀ ਹੀ ਹੈ ਕੋਈ ਅਨਯੂਜ਼ਲ ਗੱਲ ਨਹੀਂ ਸੀ ਕੋਈ ਅਸਾਧਾਰਨ ਗੱਲ ਨਹੀਂ ਜਾਪਦੀ। ਇੱਕ ਗਰੀਬ ਵੈਗਾਬੌਂਡਸ ਕੀ ਹੁੰਦਾ ਘੁਮੱਕੜ ਵਿਅਕਤੀ ਦੇ ਲਈ ਇੱਕ ਘੁਮੱਕੜ ਵਿਅਕਤੀ ਦੇ ਲਈ ਇਹ ਕੋਈ ਘੁਮੱਕੜਾਂ ਦੇ ਲਈ ਆਪਾਂ ਕਹਿ ਸਕਦੇ ਹਾਂ ਅਵਾਰਾ ਵਿਅਕਤੀਆਂ ਦੇ ਲਈ ਕਹਿ ਸਕਦੇ ਹਾਂ ਕੋਈ ਅਸਾਧਾਰਨ ਜਿਹੀ ਗੱਲ ਨਹੀਂ ਸੀ ਕਿ ਜਿਨ੍ਹਾਂ ਦੇ ਕੋਲ ਕੋਈ ਸ਼ੈਲਟਰ ਨਾ ਹੋਵੇ ਰਹਿਣ ਦੇ ਲਈ ਰਾਤ ਦੇ ਸਮੇਂ ਉਹ ਅਟਰੈਕਟ ਹੋ ਜਾਣ ਇਸ ਭੱਠੀ ਤੋਂ ਇਸ ਭੱਠੀ ਦੀ ਲਾਈਟ ਤੋਂ ਵਿਚ escaped through the shooty panes ਜੋ ਕੀ ਹੈ ਕਾਲਖ ਲੱਗੇ ਹੋਏ ਸ਼ੀਸ਼ਿਆਂ ਦੇ ਵਿੱਚੋਂ ਦੀ ਰੌਸ਼ਨੀ ਬਾਹਰ ਜਾ ਰਹੀ ਸੀ ਨਾ। ਇਹ ਕੋਈ ਵੱਡੀ ਗੱਲ ਨਹੀਂ ਸੀ ਕਿ ਕੋਈ ਵੀ ਘੁਮੱਕੜ ਵਿਅਕਤੀ ਉਹਨਾਂ ਤੋਂ ਅਟਰੈਕਟ ਹੋ ਕੇ ਅੱਗ ਤੋਂ ਅਟਰੈਕਟ ਹੋ ਕੇ ਵੀ ਉਧਰ ਆ ਹੀ ਜਾਵੇ। and to come to in to warm
themselves ਅਤੇ ਆਪਣੇ ਆਪ ਨੂੰ ਗਰਮ ਕਰਨ ਦੇ ਲਈ ਉੱਥੇ ਆ ਜਾਵੇ in front of the ਫਾਇਰ, ਅੱਗ ਦੇ ਸਾਹਮਣੇ ਆਪਣੇ ਆਪ ਨੂੰ ਗਰਮਾਇਸ਼ ਦੇਣ ਦੇ ਲਈ ਕੋਈ ਵਿਅਕਤੀ ਆ ਜਾਵੇ, ਇਹ ਕੋਈ ਬਹੁਤੀ ਹੈਰਾਨ ਕਰਨ ਵਾਲੀ ਗੱਲ ਨਹੀਂ ਸੀ। The blacksmith glanced only casually and indifferently at the intruder। ਜੋ ਬਲੈਕਸਮਿਥ ਸੀ ਉਸਨੇ ਬੜੇ ਹੀ ਇੱਕ ਸਧਾਰਨ ਜਿਹੇ ਤਰੀਕੇ ਨਾਲ ਵੀ ਬਹੁਤਾ ਧਿਆਨ ਨਹੀਂ ਦਿੱਤਾ, ਕੈਜੂਅਲੀ ਤਰੀਕੇ ਦੇ ਨਾਲ ਉਸ ਵਿਅਕਤੀ ਦੇ ਵੱਲ, ਉਸ ਇੰਟਰੂਡਰ ਦੇ ਵੱਲ ਕੀ ਹੈ ਧਿਆਨ ਦਿੱਤਾ, ਬਿਨਾਂ ਬਸ ਕੋਈ ਜ਼ਿਆਦਾ ਇੰਟਰਸਟ ਨਾਲ ਨਹੀਂ ਧਿਆਨ ਦਿੱਤਾ, ਇੱਕ ਜਸਟ ਨਿਗਾਹ ਹੀ ਉਸ ਦੇ ਵੱਲ ਥੋੜੀ ਬਹੁਤ ਕੀਤੀ। He looked the way people of his type usually did। ਉਹ ਵਿਅਕਤੀ ਜੋ ਇੰਟਰੂਡਰ ਸੀ ਕਿਸ ਤਰ੍ਹਾਂ ਦਾ ਲੱਗਦਾ ਸੀ, ਜਿਸ ਤਰ੍ਹਾਂ ਉਸ ਵਰਗੇ ਵਿਅਕਤੀ ਆਮ ਦਿਖਦੇ ਹਨ। with the long beard, dirty, ragged, ਗੰਦਾ ਜਿਹਾ ਲੱਗ ਰਿਹਾ ਸੀ, ਫਟੇ ਪੁਰਾਣੇ ਕੱਪੜਿਆਂ ਵਿੱਚ ਲੱਗ ਰਿਹਾ ਸੀ, and with the bunch of rat traps dangling on his chest। ਅਤੇ ਕੀ ਹੈ, ਇੱਕ ਰੈਟ ਰੈਪਸ ਦਾ ਗੁੱਛਾ ਉਸ ਦੀ ਛਾਤੀ ਦੇ ਨਾਲ ਲਟਕ ਰਿਹਾ ਸੀ। He asked permission to stay। ਉਸਨੇ ਉੱਥੇ ਰੁਕਣ ਦੀ ਆਗਿਆ ਮੰਗੀ। and the master blacksmith nodded a hearty consent। ਕੰਸੈਂਟ ਕੀ ਹੁੰਦਾ ਹੈ, ਇੱਕ ਪਰਮਿਸ਼ਨ, ਅਤੇ ਉਸ ਬਲੈਕਸਮਿਥ ਨੇ ਕੀ ਹੈ ਇੱਕ ਘਮੰਡ ਜੇ ਵਾਲੇ ਤਰੀਕੇ ਨਾਲ ਵਿਦਆਊਟ ਆਨਰਿੰਗ ਹਿਮ ਵਿਦ ਅ ਸਿੰਗਲ ਵਰਡ, ਇੱਕ ਵੀ ਸ਼ਬਦ ਉਸਨੂੰ ਨਹੀਂ ਕਿਹਾ ਉਸ ਦੇ ਸਵਾਗਤ ਦੇ ਵਿੱਚ, ਅਤੇ ਬੜੇ ਹੀ ਘਮੰਡੀ ਜਿਹੇ ਤਰੀਕੇ ਨਾਲ ਉਸਨੂੰ ਪਰਮਿਸ਼ਨ ਦੇ ਦਿੱਤੀ। ਦ ਟਰੈਂਪ ਡਿਡ ਨਾਟ ਸੇ ਐਨੀਥਿੰਗ। ਟਰੈਂਪ ਕੀ ਹੁੰਦਾ ਹੈ, ਜੋ ਘਮੱਕੜ ਵਿਅਕਤੀ ਹੈ ਉਸਨੂੰ ਟਰੈਂਪ ਵੀ ਕਹਿ ਦਿੰਦੇ ਆ। ਉਸ ਟਰੈਂਪ ਨੇ ਕੀ ਹੈ ਡਿਡ ਨਾਟ ਸੇ ਐਨੀਥਿੰਗ, ਕੁਝ ਵੀ ਨਾ ਕਿਹਾ। he had not come there to talk, either he had not come there to talk but only to warm himself and sleep। ਅਤੇ ਉਹ ਉੱਥੇ ਆਇਆ ਵੀ ਕੋਈ ਗੱਲਾਂ ਕਰਨ ਤਾਂ ਆਇਆ ਨਹੀਂ ਸੀ, ਸਿਰਫ ਉੱਥੇ ਉਹ ਕੀ ਹੈ ਆਪਣੇ ਆਪ ਨੂੰ ਗਰਮਾਇਸ਼ ਦੇਣ ਦੇ ਲਈ ਅਤੇ ਸੌਣ ਦੇ ਲਈ ਹੀ ਆਇਆ ਸੀ। In those days the Ramsjo iron mill was owned by a very prominent iron master। ਉਹਨਾਂ ਦਿਨਾਂ ਦੇ ਵਿੱਚ ਜੋ ਇਹ ਰਾਮਸਜੋ ਆਇਰਨ ਮਿਲ ਸੀ ਨਾ, ਬੜੇ ਹੀ ਪ੍ਰਸਿੱਧ ਇੱਕ ਆਇਰਨ ਮਾਸਟਰ ਦੁਆਰਾ ਚਲਾਈ ਜਾ ਰਹੀ ਸੀ। whose greatest ambition was to ship out good iron to the market। ਜਿਸ ਦੀ ਇੱਕ ਬਹੁਤ ਵੱਡੀ ਇੱਛਾ ਕੀ ਸੀ ਕਿ ਚੰਗੇ ਤੋਂ ਚੰਗਾ ਲੋਹਾ ਮਾਰਕੀਟ ਵਿੱਚ ਬਣਾ ਕੇ ਭੇਜਿਆ ਜਾਵੇ। he watched both night and day to see that the work was done as well as possible। ਉਹ ਬੜੇ ਹੀ ਧਿਆਨ ਨਾਲ ਇਸ ਗੱਲ ਦੀ ਨਿਗਾਹ ਰੱਖਦਾ ਸੀ ਕਿ ਜੋ ਕੰਮ ਹੈ ਉਸ ਦੇ ਕਾਰਖਾਨੇ ਦੇ ਵਿੱਚ ਕੰਮ ਜੋ ਹੈ ਉਹ ਬਹੁਤ ਵਧੀਆ ਤਰੀਕੇ ਨਾਲ ਚੱਲ ਸਕਦਾ ਹੈ, ਜਿੰਨਾ ਵਧੀਆ ਤਰੀਕੇ ਨਾਲ ਚਲਾਇਆ ਜਾ ਸਕੇ। and at this very moment he came into the fog on one of his nightly round of inspection। ਅਤੇ ਇਸ ਸਮੇਂ ਵੀ ਉਹ ਕੀ ਹੈ ਆਪਣੇ ਰਾਤ ਵਾਲੇ ਇੱਕ ਇਨਸਪੈਕਸ਼ਨ ਵਾਲੇ ਰਾਉਂਡ ਉੱਪਰ ਆਇਆ ਹੋਇਆ ਸੀ। ਨੈਚੁਰਲੀ the first thing he saw was, ਹੁਣ ਕੀ ਹੈ ਉਸਨੇ ਜੋ ਪਹਿਲੀ ਚੀਜ਼ ਉੱਥੇ ਕੀ ਵੇਖੀ was the tall ragamuffin। ਇੱਕ ਲੰਮਾ ਜਿਹਾ ਰੈਗਾਮਫਨ ਕੀ ਹੈ, ਇੱਕ ਘੁਮੱਕੜ ਵਿਅਕਤੀ ਨੂੰ ਹੀ ਕਹਿ ਦਿੰਦੇ ਹਾਂ ਅਸੀਂ, ਇੱਕ ਲੰਮੇ ਜਿਹੇ ਉਸ ਘੁਮੱਕੜ ਵਿਅਕਤੀ ਨੂੰ ਦੇਖਿਆ। who had eased his way so close to the furnace। ਜੋ ਕਿ ਉਸਦੇ ਰਸਤੇ ਵਿੱਚ ਹੀ ਲੰਮਾ ਪਿਆ ਸੀ, ਬੜਾ ਹੀ ਨੇੜੇ ਉਹ ਪਿਆ ਸੀ ਭੱਠੀ ਦੇ। that steamed rose from his wet rags। ਅਤੇ ਧੂੰਆਂ ਉਸਦੇ ਗਿੱਲੇ ਕੱਪੜਿਆਂ ਵਿੱਚੋਂ ਨਿਕਲ ਰਿਹਾ ਸੀ। ਹੁਣ ਜਿਸ ਤਰ੍ਹਾਂ ਅਸੀਂ ਵੇਖਦੇ ਹਾਂ ਨਾ ਕਿ ਅੱਗ ਦੇ ਨੇੜੇ ਜਦ ਅਸੀਂ ਕੋਈ ਆਪਣੇ ਗਿੱਲੇ ਕੱਪੜੇ ਕਰ ਦਈਏ ਤਾਂ ਉਸ ਦੇ ਵਿੱਚੋਂ ਭਾਫ ਜਿਹੀ ਨਿਕਲਣੀ ਸਟਾਰਟ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਕੀ ਹੈ ਉਸ ਜੋ ਘੁਮੱਕੜ ਵਿਅਕਤੀ ਸੀ ਉਹ ਭੱਠੀ ਦੇ ਕੋਲ ਪਿਆ ਸੀ ਅਤੇ ਉਸਦੇ ਕੱਪੜਿਆਂ ਦੇ ਵਿੱਚੋਂ ਧੂੰਆਂ ਨਿਕਲ ਰਿਹਾ ਸੀ। The iron master did not follow the example of the blacksmith। ਹੁਣ ਇਸ ਆਇਰਨ ਮਾਸਟਰ ਨੇ ਜੋ ਇਸ ਮਿੱਲ ਦਾ ਮਾਲਕ ਸੀ, ਇਸਨੇ ਉਸ ਬਲੈਕਸਮਿਥ ਸੀ ਉਸਦਾ ਇੱਕ ਹੋਰ ਲੜਕਾ ਸੀ ਉਸਦੇ ਨਾਲ ਅਪ੍ਰੈਂਟਿਸ ਜੋ ਕੰਮ ਸਿੱਖਣ ਵਾਲਾ ਇੱਕ ਲੜਕਾ ਸੀ, ਉਹਨਾਂ ਵਾਂਗ ਇਸ ਆਇਰਨ ਸਮਿਥ ਨੇ ਨਹੀਂ ਕੀਤਾ। ਇਸਨੇ ਕੀ ਕੀਤਾ, ਜਿਵੇਂ ਉਹਨਾਂ ਨੇ ਤਾਂ ਇਸ ਘੁਮੱਕੜ ਵਿਅਕਤੀ ਦਾ ਕੋਈ ਸਵਾਗਤ ਹੀ ਨਹੀਂ ਕੀਤਾ ਸੀ। who had hardly deigned to look at the stranger। ਜਿਨ੍ਹਾਂ ਨੇ ਕੀ ਹੈ ਬੜੀ ਹੀ ਮੁਸ਼ਕਲ ਨਾਲ ਇੱਕ ਨਿਗਾਹ ਹੀ ਉਹਨਾਂ ਵੱਲ ਮਾਰੀ ਸੀ। ਇਸ ਆਇਰਨ ਮਾਸਟਰ ਨੇ ਇਸ ਤਰ੍ਹਾਂ ਨਹੀਂ ਕੀਤਾ। he walked close up to him। ਉਹ ਕੀ ਹੈ ਇਸ ਘੁਮੱਕੜ ਦੇ ਕੋਲ ਗਿਆ। looked him over very carefully। ਬੜੇ ਹੀ ਧਿਆਨ ਨਾਲ ਇਸ ਦੇ ਵੱਲ ਦੇਖਿਆ। then tore off his slouch hat। ਅਤੇ ਫਿਰ ਕੀ ਹੈ tore off ਕੀ ਹੁੰਦਾ ਹੈ ਇੱਕ ਪਾਸੇ ਕਰ ਦੇਣਾ।
tore off ਕੀ ਹੈ, removed his slouch hat ਕੀ ਹੈ, ਉਸ ਦੀ ਝੁਕੀ ਹੋਈ ਟੋਪੀ ਨੂੰ, ਝੁਕੇ ਹੋਏ ਹੈਟ ਨੂੰ ਇੱਕ ਪਾਸੇ ਕਰ ਦਿੱਤਾ। ਕਿਸ ਦੇ ਲਈ? a better view of his face, ਉਸ ਦੇ ਚਿਹਰੇ ਦਾ ਇੱਕ ਚੰਗੀ ਤਰ੍ਹਾਂ ਵਿਊ ਲੈਣ ਦੇ ਲਈ, ਉਸ ਦੇ ਚਿਹਰੇ ਨੂੰ ਦੇਖਣ ਦੇ ਲਈ ਟੋਪੀ ਨੂੰ ਕੀ ਕਰ ਦਿੱਤਾ, ਇੱਕ ਪਾਸੇ ਕਰ ਦਿੱਤਾ। but of course it is you Nyloff, he said, how you do look, ਕਿਸ ਤਰ੍ਹਾਂ ਤੁਸੀਂ ਲੱਗਦੇ ਹੋ। ਹੁਣ ਆਇਰਨ ਮਾਸਟਰ ਨੇ ਕੀ ਕਿਹਾ, ਬਿਲਕੁਲ ਹੈਰਾਨ ਹੋ ਕੇ ਕਿਹਾ, ਨਾਈਲਸ ਔਲਫ, ਤੁਸੀਂ ਹੋ, ਕਿਸ ਤਰ੍ਹਾਂ ਲੱਗ ਰਹੇ ਹੋ ਤੁਸੀਂ। The man with the rat traps had never before seen the iron master at Ramsjo and did not even know what his name was. ਹੁਣ ਦੇਖੋ, ਉਹ ਜੋ ਰੈਟ ਰੈਪ ਵਾਲਾ ਵਿਅਕਤੀ ਸੀ, ਇਸਨੇ ਤਾਂ ਆਇਰਨ ਮਾਸਟਰ ਨੂੰ ਰਾਮਸਜੋ ਵਿੱਚ ਪਹਿਲਾਂ ਵੇਖਿਆ ਹੀ ਨਹੀਂ ਸੀ ਅਤੇ ਉਸ ਦਾ ਨਾਮ ਵੀ ਇਹ ਨਹੀਂ ਜਾਣਦਾ ਸੀ। ਪਰ ਜੋ ਆਇਰਨ ਮਾਸਟਰ ਹੈ, ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇਸ ਨੂੰ ਪਹਿਚਾਨ ਰਿਹਾ ਹੈ ਅਤੇ ਇਸ ਨੂੰ ਨਾਈਲਸ ਔਲਫ ਦੇ ਨਾਮ ਤੋਂ ਬੁਲਾ ਰਿਹਾ ਹੈ। ਬਟ ਇਟ ਅਕਰ ਟੂ ਹਿਮ ਦੈਟ ਇਫ ਦਾ ਫਾਈਨ ਜੈਂਟਲਮੈਨ ਥਾਟ ਹੀ ਵਾਜ਼ ਐਨ ਓਲਡ ਐਕੁਐਂਟੈਂਸ, ਪਰ ਹੁਣ ਜੋ ਰੈਟ ਰੈਪ ਵਾਲਾ ਵਿਅਕਤੀ ਸੀ, ਉਸਦੇ ਮਾਈਂਡ ਵਿੱਚ ਇੱਕਦਮ ਕੀ ਵਿਚਾਰ ਆਇਆ ਕਿ ਜਦ ਇਹ ਫਾਈਨ ਜੈਂਟਲਮੈਨ, ਇਹ ਇੱਕ ਵਧੀਆ ਵਿਅਕਤੀ ਹੈ ਜੋ ਖੁਦ ਕਹਿ ਰਿਹਾ ਹੈ ਕਿ ਉਹ ਉਸ ਨੂੰ ਜਾਣਦਾ ਹੈ, ਉਸ ਦੀ ਕੋਈ ਪੁਰਾਣੀ ਐਕੁਐਂਟੈਂਸ ਵਿੱਚੋਂ ਉਹ ਇਸ ਨੂੰ ਸਮਝ ਗਿਆ ਹੈ, ਵੀ ਮੈਨੂੰ ਉਹ ਆਪਣੀ ਕਿਸੇ ਪੁਰਾਣੀ ਜਾਣ ਪਹਿਚਾਣ ਵਿੱਚੋਂ ਸਮਝ ਗਿਆ ਹੈ। ਹੀ ਮਾਈਟ ਪਰਹੈਪਸ ਥਰੋ ਹਿਮ ਅ ਕਪਲ ਆਫ ਕ੍ਰੋਨਰਸ, ਤਾਂ ਕੀ ਸੋਚਦਾ ਹੈ ਰੈਟ ਰੈਪ ਵਾਲਾ ਵਿਅਕਤੀ, ਸੋਚਦਾ ਹੈ ਕਿ ਸ਼ਾਇਦ ਮੈਨੂੰ ਕੁਝ ਇੱਕ ਦੋ ਕਰੋਨਰਸ ਹੀ ਇਹ ਦੇ ਦੇਵੇ, ਜੋ ਮੈਂ ਪਹਿਲਾਂ ਹੀ ਦੱਸਿਆ ਕਰੋਨਰ ਕੀ ਹੁੰਦੇ ਆ, ਸਵੀਡਨ ਦੀ ਇਹ ਕਰੰਸੀ ਹੈ। therefore he did not want to undeceive him all at once, ਅਤੇ ਉਹ ਰੈਟ ਰੈਪ ਵਾਲਾ ਵਿਅਕਤੀ ਕੀ ਸੋਚਦਾ ਹੈ, ਇਸ ਲਈ ਮੈਨੂੰ ਕੀ ਹੈ, ਇਸ ਵਿਅਕਤੀ ਨੂੰ ਅਨਡਿਸੀਵ ਨਹੀਂ ਕਰਨਾ ਚਾਹੀਦਾ, ਇਸ ਨੂੰ ਧੋਖੇ ਵਿੱਚ ਹੀ ਚਲੋ ਰੱਖ ਲੈਣਾ ਚਾਹੀਦਾ ਹੈ। Yes, God knows things have gone downhill with me, he said. ਹੁਣ ਉਹ ਕੀ ਕਹਿੰਦਾ ਹੈ ਰੈਟ ਰੈਪ ਵਾਲਾ ਵਿਅਕਤੀ, ਹਾਂ ਰੱਬ ਹੀ ਜਾਣਦਾ ਹੈ ਕਿ ਮੇਰੇ ਨਾਲ ਸਥਿਤੀਆਂ ਕੀ ਹੈ, ਬਹੁਤ ਬੁਰੀਆਂ ਰਹੀਆਂ ਹਨ, ਮੇਰੇ ਉੱਪਰ ਬਹੁਤ ਮਾੜਾ ਸਮਾਂ ਰਿਹਾ ਹੈ। ਇਸ ਤਰ੍ਹਾਂ ਉਹ ਕਹਿ ਰਿਹਾ ਹੈ, ਉਸ ਨੂੰ ਧੋਖੇ ਵਿੱਚ ਹੀ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹੈ। You should not have resigned from the regiment, said the iron master. ਹੁਣ ਆਇਰਨ ਮਾਸਟਰ ਉਸ ਨੂੰ ਕੀ ਕਹਿੰਦਾ ਹੈ ਕਿ ਤੈਨੂੰ ਰੈਜੀਮੈਂਟ ਦੇ ਵਿੱਚੋਂ ਕੀ ਹੈ, ਰਿਜ਼ਾਈਨ ਨਹੀਂ ਕਰਨਾ ਚਾਹੀਦਾ ਸੀ। That was the mistake, ਬਸ ਉਹੀ ਗਲਤੀ ਤੂੰ ਕਰ ਦਿੱਤੀ। If only I had still been in the service at that time, it never would have happened. ਜੇਕਰ ਉਸ ਸਮੇਂ ਮੈਂ ਸਰਵਿਸ ਵਿੱਚ ਹੁੰਦਾ ਨਾ, ਮੈਂ ਨੌਕਰੀ ਕਰ ਰਿਹਾ ਹੁੰਦਾ, ਤਾਂ ਮੈਂ ਤੈਨੂੰ ਇਸ ਤਰ੍ਹਾਂ ਨਹੀਂ ਕਰਨ ਦੇਣਾ ਸੀ, ਇਸ ਤਰ੍ਹਾਂ ਫਿਰ ਨਹੀਂ ਹੋਣਾ ਸੀ ਤੇਰੇ ਨਾਲ। Well, now of course you will come home with me. ਹੁਣ ਤੂੰ ਮੇਰੇ ਨਾਲ ਮੇਰੇ ਘਰ ਚੱਲੇਗਾ। To go along up to the manor, ਉਸ ਭਲੇ ਵਿਅਕਤੀ ਦੇ ਨਾਲ ਜਾਣਾ। ਮੈਨਰ ਅਸੀਂ ਕਿਸ ਨੂੰ ਕਹਿ ਦਿੰਦੇ ਹਾਂ, ਇੱਕ ਗੁੱਡ ਪਰਸਨ ਨੂੰ, ਉਸ ਦੇ ਘਰ ਜਾਣਾ। and be received by the honor like an old regimental comrade, ਅਤੇ ਉਸ ਵਿਅਕਤੀ ਦੁਆਰਾ ਇਸ ਨੂੰ ਕੀ ਹੈ, ਇੱਕ ਪੁਰਾਣੇ ਉਸ ਦੇ ਸੈਨਾ ਦੇ ਸਾਥੀ ਦੇ ਤੌਰ ਤੇ ਸਮਝ ਲੈਣਾ। that however did not please the tramp, ਇਸ ਗੱਲ ਨੇ ਵੀ ਕੀ ਹੈ, ਉਸ ਘਮੱਕੜ ਵਿਅਕਤੀ ਨੂੰ ਕੋਈ ਖੁਸ਼ੀ ਨਾ ਦਿੱਤੀ। no, I could not think of it, he said. ਨਹੀਂ, ਮੈਂ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ। looking quite alarmed, ਬੜਾ ਹੀ ਚੁਕੰਨਾ ਹੋ ਕੇ, ਬੜੇ ਹੀ ਤੇਜ਼ੀ ਨਾਲ ਉਸ ਘੁਮੱਕੜ ਵਿਅਕਤੀ ਨੇ ਕੀ ਕਿਹਾ, ਨਹੀਂ ਮੈਂ ਇਸ ਤਰ੍ਹਾਂ ਸੋਚ ਵੀ ਨਹੀਂ ਸਕਦਾ। he thought of the 30 kroner, ਉਹ ਕੀ ਹੈ, ਉਹਨਾਂ 30 kroner ਬਾਰੇ ਸੋਚਣਾ ਸ਼ੁਰੂ ਕਰ ਦਿੰਦਾ ਹੈ। to go up to the manor house would be like throwing himself voluntarily into the lion's den. ਉਹ ਕੀ ਸੋਚਦਾ ਹੈ ਕਿ ਇਸ ਮੈਨਰ ਦੇ ਘਰ ਜਾਣਾ, ਇਸ ਭਲੇ ਵਿਅਕਤੀ ਦੇ ਘਰ ਜਾਣਾ ਇਸ ਤਰ੍ਹਾਂ ਹੋਵੇਗਾ ਜਿਵੇਂ ਜਾਣਬੁੱਝ ਕੇ ਹੀ ਆਪਣੇ ਆਪ ਨੂੰ ਕਿਸੇ ਸ਼ੇਰ ਦੇ ਪਿੰਜਰੇ ਵਿੱਚ ਸੁੱਟ ਦੇਣਾ ਹੋਵੇ, ਕਿਉਂਕਿ ਉਹ ਡਰਦਾ ਸੀ ਕਿਤੇ ਮੈਂ ਫਸ ਨਾ ਜਾਵਾਂ। he only wanted to chance to sleep here in the fog and then sneak away as inconspicuously as possible. ਤਾਂ ਉਹ ਕੀ ਕਹਿੰਦਾ ਹੈ ਕਿ ਮੈਂ ਤਾਂ ਕੇਵਲ ਇਹੀ ਚਾਹੁੰਦਾ ਹਾਂ, ਇੱਕ ਚਾਂਸ ਚਾਹੁੰਦਾ ਹਾਂ ਕਿ ਮੈਂ ਇੱਥੇ ਭੱਠੀ ਵਿੱਚ ਹੀ ਸੌਂ ਜਾਵਾਂ, ਭੱਠੀ ਦੇ ਕੋਲ ਹੀ ਸੌਂ ਜਾਵਾਂ। ਕੀ ਚਾਹੁੰਦਾ ਸੀ, ਅਤੇ ਬਿਨਾਂ ਕਿਸੇ ਨੂੰ ਪਤਾ ਲੱਗੇ, ਇਨਕੌਨਸੀਪੀਸ਼ੀਅਸਲੀ ਐਜ਼ ਪੋਸੀਬਲ, ਉਹ ਕੀ ਚਾਹੁੰਦਾ ਸੀ ਕਿ ਬਿਨਾਂ ਕਿਸੇ ਨੂੰ ਪਤਾ ਲੱਗੇ ਮੈਂ ਇੱਥੋਂ ਚਲਾ ਜਾਵਾਂ। ਸਨੀਕ ਅਵੇ ਕੀ ਹੈ, ਬਿਨਾਂ ਕਿਸੇ ਨੂੰ ਜਾਣਕਾਰੀ ਦੇ ਹੀ ਮੈਂ ਇੱਥੋਂ ਨਿਕਲ ਜਾਵਾਂ।
द आयरन मास्टर अज्यूम्ड दैट ही फेल्ट एम्बैरस्ड। हुण जो आयरन मास्टर सी वो की सोचदा सी, उसने की अंदाजा लगाया। अज्यूम्ड की हुंदा, कोई अंदाजा लगाना, गैस करना कि जो ये व्यक्ति है ये शर्म महसूस कर रहा है बिकॉज ऑफ हिज मिजरेबल क्लॉथिंग, कि इसके जो बड़े ही तरसयोग रूप में कपड़े पाए हुए हैं, बहुते वधिया कपड़े नहीं पाए हुए हैं, इस दे करके की है वो शर्म महसूस कर रहा है। आयरन मास्टर ने इस तरह सोचा। प्लीज डोंट थिंक दैट आई हैव सच अ फाइन हाउस दैट यू कांट शो यूर सेल्फ देयर। कृपा करके इस तरह ना सोचो कि मेरा घर एडा वधिया है कि जिथे तुसी अपने आप को शो ही नहीं कर सकते। ही सैड, आयरन मास्टर ने कहा, एलिजाबेथ इज डेड एज यू मे ऑलरेडी हैव हेयर्ड। मेरी पत्नी एलिजाबेथ उसकी डेथ हो चुकी है, जिमें कि शायद तुसी सुनिया ही होगा। माई बॉयज आर अब्रॉड, मेरे लड़के विदेश गए हुए हैं। एंड देयर इज नो वन एट होम एक्सैप्ट माई एल्डेस्ट डाटर एंड माई सैल्फ। अते घर विच मेरी वड्डी पुत्री अते मेरे बिना होर कोई भी नहीं है। वी वर जस्ट सेइंग दैट इट वॉज टू बैड वी डिड नॉट हैव एनी कंपनी फॉर क्रिसमस। ਅਸੀਂ ਇਹ ਗੱਲਾਂ ਹੀ ਕਰ ਰਹੇ ਸੀ ਕਿ ਕਿੰਨੀ ਇਹ ਮਾੜੀ ਗੱਲ ਹੈ ਕਿ ਇਸ ਵਾਰ ਕ੍ਰਿਸਮਸ ਦੇ ਉੱਪਰ ਸਾਡੇ ਨਾਲ ਕੰਪਨੀ ਕਰਨ ਦੇ ਲਈ ਕੋਈ ਵੀ ਨਹੀਂ ਹੈ। ਨਾਓ ਕਮ ਅਲੋਂਗ ਵਿਦ ਮੀ ਐਂਡ ਹੈਲਪ ਅਸ ਮੇਕ ਦਾ ਕ੍ਰਿਸਮਸ ਫੂਡ ਡਿਸਪੀਅਰ ਅ ਲਿਟਲ ਫਾਸਟਰ। ਹੁਣ ਮੇਰੇ ਨਾਲ ਆਓ ਅਤੇ ਕ੍ਰਿਸਮਸ ਦਾ ਭੋਜਨ ਸਾਡੇ ਨਾਲ ਜਲਦੀ ਖਤਮ ਕਰਨ ਦੇ ਵਿੱਚ ਸਾਡੀ ਹੈਲਪ ਕਰੋ। ਮੀਨਸ ਕ੍ਰਿਸਮਸ ਦਾ ਭੋਜਨ ਸਾਡੇ ਨਾਲ ਸ਼ੇਅਰ ਕਰੋ, ਆਨੰਦ ਮਾਣੋ। बट द स्ट्रेंजर सेड नो, पर जो स्ट्रेंजर सी उसने की कहा नो एंड अगेन नो एंड द आयरन मास्टर सॉ दैट ही मस्ट गिव इन। पर वो स्ट्रेंजर की है बार बार ना कर रहा सी, आयरन मास्टर दे नाल नहीं जाना चाहता सी। तो फिर आयरन मास्टर ने भी की सोचा कि उसनों भी हुण छड्ड देना चाहिए है, ज़्यादा मजबूर नहीं करना चाहिए। इट लुक्स एज दो कैप्टन वॉन स्टैले prefer to stay with you tonight stranger storm, he said। आयरन मास्टर ने की कहा, उस लोहार नूं कहा to the master blacksmith and turned on his heel। हुण आयरन मास्टर ने उत्थे जो लोहार सी, मेन लोहार सी, उसनूं की कहा स्टैंजर स्टॉर्म, शायद कैप्टन वॉन स्टैले तुहाडे नाल ही रहना चाहुंदे हन। अते इह गल कह के की है आयरन मास्टर उत्थों चला गया। बट ही लाफ टू हिमसैल्फ एज ही वेंट अवे। पर वह एक अपने ही अंदर जे हस्या जद वो उत्थों गया। एंड द ब्लैकसमिथ हू न्यू हिम, अते ब्लैकसमिथ जो उसनूं चंगी तरह जानदा सी, अंडरस्टूड वेरी वेल दैट ही हैड नॉट सेड हिज लास्ट वर्ड। वो चंगी तरह समझ गया कि आयरन मास्टर ने अपने लास्ट वर्ड जो कहने सी शायद वो नहीं कहे, अपने मन दे विच ही कोई गल वो रख के इथों चले गए हैं। ओके स्टूडेंट्स, वी विल कंटिन्यू दिस चैप्टर इन आवर नेक्स्ट वीडियो लेक्चर। आई होप you are enjoying this Punjabi explanation. Thanks.